ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਨ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤਿ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਪਿਛਲੇ ਦੀਵਾਨਾਂ ਵਿੱਚ ਆਪ ਸਭ ਸਰਵਣ ਕਰ ਚੁੱਕੇ ਹੋ। ਦਲ ਭੰਜਨ ਵੱਡੇ ਜੋਧੇ ਪਰਉਪਕਾਰੀ ਛਠਮ ਪੀਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਬਾਲਾ ਭੋਲਾ ਸਤਿਗੁਰੂ ਆਪ ਜੀ ਸ਼੍ਰੀ ਹਰਗੋਬਿੰਦਪੁਰੇ ਮਾਝੇ ਵਿੱਚ ਬਿਆਸ ਦਰਿਆ ਦੇ ਕੰਢੇ 'ਤੇ ਬਿਰਾਜਮਾਨ ਹਨ। ਬੇਅੰਤ ਚੋਜ ਕੌਤਕ ਹੋ ਰਹੇ ਨੇ। ਕਿਧਰੇ ਕੋਈ ਮੁਸਲਮਾਨ ਮਹਾਰਾਜ ਜੀ ਦੇ ਪਾਸੋਂ ਖੁਦਾ ਰਸ਼ੀਦ ਹੁੰਦਾ, ਰੱਬ ਨੂੰ ਪ੍ਰਾਪਤ ਕਰਦਾ ਹੈ। ਕਿਧਰੇ ਕੋਈ ਨਿਤਾਨੰਦ ਵਰਗੇ ਪੰਡਤ ਮਹਾਰਾਜ ਦੇ ਸਿੱਖ ਸ਼ਰਧਾਲੂ ਬਣਦੇ ਨੇ। ਕਿਧਰੇ ਭਾਈ ਗੋਪਾਲਾ ਜੀ ਸਾਹਿਬ ਜੀ ਦੇ ਪਾਸੋਂ ਜਪ ਸਾਹਿਬ ਜੀ ਦੀ ਵਿਸ਼ੇਸ਼ ਸ਼ੁੱਧ ਬਾਣੀ ਦੀ ਮਹੱਤਤਾ ਮਹਾਰਾਜ ਦਰਸਾਉਂਦੇ ਨੇ। ਜੰਗ ਜੁੱਧ ਹੋ ਰਹੇ ਨੇ, ਮਸੀਤਾਂ ਵੀ ਗੁਰੂ ਕੇ ਨਾਮ 'ਤੇ ਰਚੀਆਂ ਜਾ ਰਹੀਆਂ ਨੇ। ਐਸੇ ਬੇਅੰਤ ਚੋਜ ਹਨ। ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਅਤੀ ਸਨਮਾਨਯੋਗ ਗਿਆਨੀ ਜੀ ਗਿਆਨੀ ਗਗਨਦੀਪ ਸਿੰਘ ਸਾਹਿਬ ਜੀ ਦੀ ਪਿਆਰੀ ਸਤਿਕਾਰੀ ਰਸਨਾ ਤੋਂ ਪਿਆਰ ਸਤਿਕਾਰ ਵਿਸਤਾਰ ਸਹਿਤ ਸਰਵਣ ਕੀਤਾ। ਸਤਿਗੁਰੂ ਜੀ ਮਹਾਰਾਜ ਜੀ ਦੇ ਆਨੰਦ ਪਿਆਰੇ ਗੁਰਸਿੱਖ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਜੀ ਬਾਬਾ ਬੁੱਢਾ ਜੀ ਸਾਹਿਬ ਆਪ ਜੀ ਨੇ ਜਾਣਿਆ ਕਿ ਸਮਾਂ ਨੇੜੇ ਆਇਆ ਹੈ ਤਾਂ ਆਪਣਾ ਇੱਕ ਸੇਵਾਦਾਰ ਭੇਜਿਆ ਕਿ ਜਾਓ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਨੂੰ ਬੇਨਤੀ ਫਰਮਾਓ। ਗਰੀਬ ਨਿਵਾਜ ਮਹਾਰਾਜ ਮੇਰੇ ਮਨ ਦੀ ਤਮੰਨਾ ਹੈ, ਮਰੋਂ ਤਾਂ ਹਰ ਕੈ ਦੁਆਰ। ਉਹ ਗੁਰਸਿੱਖ ਗਿਆ, ਬਿਨ ਦੇਰੀ ਤੋਂ ਮਹਾਰਾਜ ਨੂੰ ਜਾ ਕੇ ਬਚਨ ਦੱਸਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸੇ ਵੇਲੇ ਭਾਈ ਗੁਰਦਾਸ ਜੀ ਸਾਹਿਬ ਜੀ ਨੂੰ ਨਾਲ ਲੈ ਕੇ ਬੜੀ ਜਲਦੀ ਦੇ ਨਾਲ ਕਮਰ ਕਸਾ ਕੱਸ ਕੇ ਆਪ ਜੀ ਨੇ ਰਮਦਾਸ ਨਗਰ ਨੂੰ ਚਾਲਾ ਮਾਰਿਆ। ਰਸਤੇ ਵਿੱਚ ਜਿੱਥੇ ਘੁਮਾਣ ਨਗਰ ਹੈ ਪੰਜਾਬ ਦਾ ਪ੍ਰਸਿੱਧ, ਉੱਥੇ ਗਰੀਬ ਨਿਵਾਜ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਸਾਹਿਬ ਜੀ ਦਾ ਜਿੱਥੇ ਦੇਵਰਾ ਬਣਿਆ ਹੋਇਆ ਉਹਨੂੰ ਨਮਸਕਾਰ ਕੀਤੀ। ਘੋੜੇ ਤੋਂ ਉਤਰ ਕੇ ਸਤਿਕਾਰ ਕੀਤਾ ਆਪ ਜੀ ਨੇ। ਭਾਵੇਂ ਬੜੀ ਜਲਦੀ ਵਿੱਚ ਹਨ ਪਰ ਗਰੀਬ ਨਿਵਾਜ ਮਹਾਰਾਜ ਜੀ ਨੇ ਜਿਨ੍ਹਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਵੀ ਲੰਮਾ ਅਰਸਾ ਪਹਿਲਾਂ ਭਗਤ ਨਾਮਦੇਵ ਜੀ ਸਾਹਿਬ ਜੀ ਹੋਏ ਨੇ, ਜਿਨ੍ਹਾਂ ਦੇ ਵਾਸਤੇ ਦੇਹਰਾ ਵੀ ਫਿਰਿਆ। ਹੰਕਾਰੀਆਂ ਨਿੰਦਕਾਂ ਨੂੰ ਪਿੱਠ ਦਿੱਤੀ ਪ੍ਰਮਾਤਮਾ ਨੇ, ਨਾਮਦੇਵ ਵੱਲ ਮੁਖ ਕੀਤਾ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁਖ ਲਾਇਆ। ਐਸੇ ਭਗਤ ਨਾਮਦੇਵ ਜੀ ਸਾਹਿਬ ਜੀ ਦੇ ਦੇਵਰੇ ਉੱਪਰ ਜਿੱਥੇ ਉਹਨਾਂ ਦਾ ਦੇਵਰਾ ਬਣਿਆ ਹੋਇਆ ਆਪ ਜੀ ਨੇ ਨਮਸਕਾਰ ਕੀਤੀ, ਸਿਰ ਝੁਕਾਇਆ। ਗੁਰਸਿੱਖਾਂ ਨੂੰ ਵੀ ਭਗਤਾਂ ਦੀ ਵਡਿਆਈ ਮਹਾਰਾਜ ਨੇ ਦ੍ਰਿੜ ਕਰਵਾਈ ਅਤੇ ਆਪ ਜੀ ਰਮਦਾਸ ਨਗਰ ਵਿੱਚ ਪਹੁੰਚੇ ਹਨ। ਜਦੋਂ ਆਪ ਜੀ ਜਾ ਪਹੁੰਚੇ ਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਜੀ ਦੇ ਸੇਵਾਦਾਰਾਂ ਨੇ ਜਾ ਕੇ ਬਾਬਾ ਜੀ ਨੂੰ ਦੱਸਿਆ, ਬਾਬਾ ਜੀ ਅਖੇ ਸਤਿਗੁਰੂ ਆਏ ਹਨ। ਜਿਸ ਵੇਲੇ ਮਹਾਰਾਜ ਜੀ ਦਾ ਉਹਨਾਂ ਸੁਣਿਆ ਅਤੇ ਕੱਲ੍ਹ ਦੀ ਕਥਾ ਦੇ ਅਖੀਰਲੇ ਬਚਨ ਸਨ, ਮਨ ਬੜਾ ਉਤਸ਼ਾਹ ਵਿੱਚ ਆ ਗਿਆ। ਉਮਰਾ ਬੜੀ ਵਡੇਰੀ ਹੈ, ਮਨ ਫਿਰ ਉਤਸ਼ਾਹ ਵਿੱਚ ਆਇਆ। ਉਸ ਵੇਲੇ ਸਰੀਰ ਦਾ ਇੱਕ ਇੱਕ ਰੋਮ ਰੋਮ ਖੜਾ ਹੋ ਗਿਆ। ਬਾਣੀ ਗਦਗਦ ਹੋ ਗਈ, ਬੋਲਿਆ ਨਹੀਂ ਜਾਂਦਾ ਅਤੇ ਖੜਦੇ ਨੇ ਪਰ ਖੜ ਨਹੀਂ ਹੁੰਦਾ। ਮੰਨ ਲਓ ਸਰੀਰ ਥੰਬ ਹੀ ਬਣ ਗਿਆ ਹੋਵੇ। ਐਸੇ ਪ੍ਰੇਮ ਰਸ ਦੇ ਵਿੱਚ ਹਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ। ਜਿਵੇਂ ਇੱਕ ਗੁਰੂ ਗਰੀਬ ਨਿਵਾਜ ਮਹਾਰਾਜ ਔਰ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਗੁਰਸਿੱਖ ਦਾ ਇਹ ਅਖੀਰਲਾ ਮੇਲ ਮਿਲਾਪ ਹੁੰਦਾ ਹੈ ਔਰ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਆਪਣਾ ਸਰੀਰ ਅਲੋਪ ਕਰਕੇ ਬ੍ਰਹਮਲੀਨ ਹੁੰਦੇ ਹਨ। ਉਹ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਜੀ ਦੀ ਅਤੀ ਸੁੰਦਰ ਪਿਆਰੀ ਕਥਾ ਆ ਰਹੀ। ਆਓ जितने भी माई भाई बिरध बालक
ਗਰੀਬ ਨਿਵਾਜ ਮਹਾਰਾਜ ਜੀ ਕੀ ਪਵਿੱਤਰ ਗੋਦ ਨੂੰ ਸੁਭਾਈਮਾਨ ਹੋकर ਮਹਾਰਾਜ ਜੀ ਦੇ ਚਰਨਾਂ ਦਾ ਲਾਹਾ ਲੈ ਰਹੇ ਹੋ। ਭਾਈ ਆਓ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜੋ ਜੀ, ਇਕਾਗਰਤਾ ਬਣਾਓ ਜੀ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ। ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਤਖਤ ਹੋਏ ਕਰ ਤਹੀਂ ਬੈਸਾ। ਉਸ ਵੇਲੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਉੱਠਿਆ ਚਾਹੁੰਦੇ ਨੇ, ਪਰ ਸਰੀਰ ਹੁਣ ਸਾਥ ਨਹੀਂ ਦਿੰਦਾ ਔਰ ਪ੍ਰੇਮ ਰਸ ਵਿੱਚ ਮਸਤ ਅਲਮਸਤ ਵੀ ਹਨ। ਹੁਣ ਸਰੀਰ ਵੀ ਮੰਨ ਲਓ ਇੱਕ ਮੂਰਤ ਹੀ ਬਣ ਗਿਆ ਹੈ। ਫਿਰ ਉੱਥੇ ਬੈਠ ਗਏ ਹਨ, ਆਪ ਜੀ ਸੱਜ ਗਏ ਹਨ। ਸਕਲ ਸਰੀਰ ਪਨਸ ਫਲ ਜੈਸਾ। ਕਵੀ ਜੀ ਕਹਿੰਦੇ ਸਾਰਾ ਸਰੀਰ ਮੰਨ ਲਓ ਪਨਸ ਇੱਕ ਫਲ ਹੁੰਦਾ ਹੈ ਜਿਹਦੇ ਕੰਢੇ ਬੜੇ ਤਿੱਖੇ ਹੁੰਦੇ ਨੇ। ਤੋ ਇਸ ਪ੍ਰਕਾਰ ਸਰੀਰ ਦੇ ਰੋਮ ਰੋਮ ਜਿਹੜੇ ਨੇ ਤਿੱਖੇ ਕੰਢਿਆਂ ਦੀ ਤਰ੍ਹਾਂ ਖੜੇ ਹੋਏ ਨੇ। ਰੋਮਾਵਲੀ ਜਿਹੜੀ ਹੈ ਸੋ ਇਹ ਪੂਰੀ ਤਰ੍ਹਾਂ ਰੋਮ ਰੋਮ ਖੜੇ ਹੋਏ ਨੇ, ਖੁਸ਼ੀ ਵਿੱਚ ਹੁੰਦੇ ਨੇ। ਜਦੋਂ ਕੋਈ ਧੀ ਧਿਆਣੀ ਪਰਦੇਸ ਵਿੱਚੋਂ ਆਪਣੇ ਪੇਕੇ ਘਰ ਆਉਂਦੀ ਆ ਨਾ, ਗ੍ਰੰਥਾਂ 'ਚ ਲਿਖਿਆ ਤੇ ਦਰਵਾਜ਼ੇ ਵਿੱਚ ਖੜੀ ਹੋਈ ਮਾਂ ਉਸ ਧੀ ਧਿਆਣੀ ਨੂੰ ਦੇਖਦੀ ਹੈ ਤੇ ਹੱਥ ਵਿੱਚ ਫੜਿਆ ਹੋਇਆ ਬੈਗ ਜਿੱਥੇ ਹੁੰਦਾ ਉੱਥੇ ਸੁੱਟ ਕੇ ਧੀ ਅੱਗੇ ਚਲੇ ਜਾਂਦੀ ਤੇ ਮਾਂ ਉਹਨੂੰ ਗਲ ਦੇ ਨਾਲ ਲਾਉਂਦੀ, ਮੱਥਾ ਚੁੰਮਦੀ ਹੈ। ਉਹਨਾਂ ਦੋਨਾਂ ਦੇ ਮੇਲ ਮਿਲਾਪ ਦੇ ਵਿੱਚੋਂ ਜਿਹੜਾ ਰਸ ਪੈਦਾ ਹੁੰਦਾ ਔਰ ਧੀ ਦਾ ਰੋਮ ਰੋਮ ਖੜਾ ਹੋ ਜਾਂਦਾ ਹੈ ਤੇ ਮਾਂ ਜਿਹੜੀ ਉਹ ਵੀ ਗਦਗਦ ਹੋ ਜਾਂਦੀ ਹੈ, ਕਿਉਂਕਿ ਉਹਦੀਆਂ ਅੰਦਰਾਂ ਨੇ ਆਪ ਪਾਲਿਆ ਪਲੋਸਿਆ, ਵੱਡਿਆਂ ਕੀਤਾ, ਜੰਮਿਆ, ਜੀਵਨ ਦੀਆਂ ਜੁਗਤਾਂ ਸਿਖਾਈਆਂ, ਉੱਚੀਆਂ ਨੀਵੀਆਂ ਘਾਟੀਆਂ ਸਿਖਾਈਆਂ। ਤੋ ਇਸ ਪ੍ਰਕਾਰ ਉਹ ਸਰੀਰ ਜਿਸ ਰਸ ਵਿੱਚ ਜਾਂਦਾ ਹੈ, ਖੁਸ਼ੀ ਵਿੱਚ ਜਾਂਦਾ, ਇੱਕ ਝਰਨਾਟ ਛਿੜਦੀ ਹੈ। ਤਾਂ ਹੀ ਭਾਈ ਗੁਰਦਾਸ ਜੀ ਸਾਹਿਬ ਜੀ ਨੇ ਲਿਖਿਆ ਨਾ ਕਿ ਜਦੋਂ ਮਾਂ ਪਿਓ ਦਾ ਪ੍ਰੇਮ ਹੈ ਉਹ ਅਸੀਂ ਕਿਸੇ ਹੋਰ ਦੇ ਪਾਸੋਂ, ਪੜੋਸੀ ਦੇ ਪਾਸੋਂ, ਚਾਚਿਆਂ ਤਾਇਆਂ, ਚਾਚੀਆਂ ਤਾਈਆਂ, ਮਾਸੀਆਂ ਦੇ ਪਾਸੋਂ ਨਹੀਂ ਪ੍ਰਾਪਤ ਕਰ ਸਕਦੇ। ਉਹ ਝਰਨਾਟ ਜਿਹੜੀ ਛਿੜਦੀ ਹੈ ਨਾ ਸਾਧ ਸੰਗਤ ਜੀ, ਉਹਨੂੰ ਕਹਿੰਦੇ ਨੇ ਸਰੀਰ ਦਾ ਰੋਮ ਰੋਮ ਖੜਾ ਹੋ ਜਾਣਾ। ਇਹ ਰਸ ਕਦੇ ਕਦੇ ਜੀਵਨ ਵਿੱਚ ਆਉਂਦਾ ਹੈ ਸਧਾਰਨ ਲੋਕਾਂ ਦੇ ਵੀ, ਪਰ ਜਿਹੜਾ ਇਹ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਔਰ ਗਰੀਬ ਨਿਵਾਜ ਮਹਾਰਾਜ ਦੇ ਗੁਰਸਿੱਖ ਦੇ ਮੇਲ ਮਿਲਾਪ ਦਾ ਰਸ ਹੈ, ਉਹ ਤੇ ਅਕਹਿ ਹੈ ਭਾਈ। ਕਹਿਣ ਕਥਨ ਕੋ ਸੋਭਾ ਨਾਹੀ ਜੋ ਪੇਖਿਆ ਤਿਸ ਬਨ ਆਵੈ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਤਾਂ ਰੋਮ ਰੋਮ ਗੁਰਮੁਖ ਰੋਮ ਰੋਮ ਹਰ ਧਿਆਵੈ, ਰੋਮ ਰੋਮ ਮੈਂ ਵਸੇ ਮੁਰਾਰ। ਤੇ ਐਸੇ ਗੁਰਮੁਖਾਂ ਦੇ ਰੋਮ ਰੋਮ ਖੜੇ ਹੋ ਰਹੇ ਗਰੀਬ ਨਿਵਾਜ ਮਹਾਰਾਜ ਜੀ ਦਾ ਦੀਦਾਰ ਕਰਕੇ ਇਹ ਰਸ ਅਕਹਿ ਹੈ ਭਾਈ। ਮੁੰਦ ਬਿਲੋਚਨ ਲੈ ਰਸ ਧਿਆਨਾ। ਕਹਿੰਦੇ ਇਸ ਪ੍ਰਕਾਰ ਨੇਤਰ ਬੰਦ ਕਰ ਲਏ ਨੇ, ਧਿਆਨ ਵਿੱਚ ਮਹਾਰਾਜ ਜੀ ਦਾ ਰਸ ਲੈ ਰਹੇ ਬਾਬਾ ਬੁੱਢਾ ਜੀ ਸਾਹਿਬ। ਭਇਓ ਪ੍ਰੇਮ ਤੇ ਬਿਬਸ ਮਹਾਨਾ। ਕਵੀ ਜੀ ਕਹਿੰਦੇ ਮਹਾਰਾਜ ਦੇ ਪ੍ਰੇਮ ਦੇ ਨਾਲ ਬੇਵੱਸ ਜਿਹਾ ਹੋ ਗਏ ਨੇ, ਸਰੀਰ ਇੱਕ ਮੂਰਤ ਜੀ ਬਣ ਗਿਆ ਹੈ, ਕਿਸੇ ਹੋਰ ਹੀ ਦੁਨੀਆ ਵਿੱਚ ਪ੍ਰਵੇਸ਼ ਹੋ ਗਏ ਹਨ। ਇਤਨੇ ਮਹਿ ਗੁਰ ਗਏ ਆਵਾਸ। ਤੇ ਇੰਨੇ ਸਮੇਂ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿੱਥੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਜੀ ਦਾ ਘਰ ਹੈ ਨਾ ਰਮਦਾਸ ਨਗਰ ਵਿੱਚ, ਜਿੱਥੇ ਉਹਨਾਂ ਦੀ ਰਿਹਾਇਸ਼ ਗਾਹ ਹੈ, ਉੱਥੇ ਮਹਾਰਾਜ ਪ੍ਰਵੇਸ਼ ਕੀਤਾ ਹੈ। ਸੰਗ ਲਿਏ ਵਿਦਿਆ ਗੁਰਦਾਸ। ਔਰ ਗਰੀਬ ਨਿਵਾਜ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਸਾਹਿਬ ਔਰ ਬਹਾਦਰ ਬਾਬਾ ਬਦੀ ਚੰਦ ਜੀ ਸਾਹਿਬ, ਇਹ ਦੋ ਗੁਰਸਿੱਖ ਮਹਾਰਾਜ ਜੀ ਦੇ ਖੱਬੇ 'ਚ ਸੱਜੇ ਹਨ। ਇਹਨਾਂ ਨੂੰ ਨਾਂ ਲੈ ਕੇ ਮਹਾਰਾਜ ਬਾਬਾ ਬੁੱਢਾ ਜੀ ਸਾਹਿਬ ਜੀ ਦੇ ਘਰ ਵਿੱਚ ਪ੍ਰਵੇਸ਼ ਹੋਏ। ਅਚਲ ਸਮਾਧ ਮਨੋ ਚਿਰ ਕਾਲਾ। ਔਰ ਕਹਿੰਦੇ ਇਸ ਪ੍ਰਕਾਰ ਕੁਝ ਸਮਾਂ ਬਾਬਾ ਜੀ ਸਾਹਿਬ ਜੀ ਦੀ ਸਮਾਧੀ ਅਚਲ ਅਡੋਲ ਰਹੀ ਹੈ। ਬੈਠਿਓ ਜੋਗੀ ਕੋਏ ਵਿਸਾਲਾ। ਕਵੀ ਜੀ ਕਹਿੰਦੇ ਮੰਨ ਲਓ ਕੋਈ ਜੋਗੀ ਬੈਠਾ ਹੋਵੇ ਕਿਸੇ ਯੁੱਗ ਦੀ ਸਮਾਧੀ ਲਗਾ ਕੇ, ਇਸ ਤਰ੍ਹਾਂ ਬਾਬਾ ਜੀ ਸੱਜੇ ਹਨ। ਦੇਖਤ ਰਹਿ ਗਏ ਠਾਂਡੇ ਸੁਆਮੀ। ਔਰ ਇਸ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਜੀ ਦੀ ਲੱਗੀ ਹੋਈ ਸਮਾਧੀ ਦੇਖ ਕੇ ਆਪ ਜੀ ਖੜੇ ਹੋਏ ਰਹੇ। ਲਖੀ ਹਿਰਦੈ ਗਤ ਅੰਤਰ ਜਾਮੀ। ਦਿਲ ਜਾਨੀ, ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਦਿਲ ਦੀ ਅੰਦਰ ਦੀ ਗੱਲ ਜਾਣ ਲਈ ਆਪਣੇ ਗੁਰਸਿੱਖ ਪਿਆਰੇ ਦੀ। ਅਧਿਕ ਪ੍ਰੇਮ ਗੁਰ ਕੇ ਉਰ ਆਵਾ। ਦੇਖੋ ਸਾਧ ਸੰਗਤ ਜੀ, ਇਹ ਗੁਰੂ ਗਰੀਬ ਨਿਵਾਜ ਮਹਾਰਾਜ ਔਰ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਗੁਰਸਿੱਖ ਬਾਬਾ ਬੁੱਢਾ ਜੀ ਸਾਹਿਬ ਜੀ ਦਾ ਅਖੀਰਲਾ ਮੇਲ ਮਿਲਾਪ ਹੈ।
ਅੱਜ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਸੋ ਬ੍ਰਹਮਲੀਨ ਹੋ ਜਾਣਾ, ਗੁਰੂ ਵਿੱਚ ਅਭੇਦ ਹੋ ਜਾਣਾ, ਗੁਰਗੋਰ ਸਮਾ ਜਾਣਾ ਹੈ ਆਪ ਜੀ ਨੇ। ਤੋ ਇਸ ਪ੍ਰਕਾਰ ਜਦੋਂ ਮਹਾਰਾਜ ਦੇ ਪ੍ਰੇਮ ਦੇ ਵਿੱਚ ਗਲਤਾਨ ਹੋਏ ਨੇ ਬਾਬਾ ਬੁੱਢਾ ਜੀ ਸਾਹਿਬ, ਤੇ ਸਰੀਰ ਮੂਰਤ ਜੀ ਬਣ ਗਿਆ, ਹਿੱਲ ਨਹੀਂ ਹੁੰਦਾ, ਕਿਸੇ ਹੋਰ ਹੀ ਦੁਨੀਆ 'ਚ ਪ੍ਰਵੇਸ਼ ਹੋ ਗਏ। ਇਹ ਰਸ ਵੇਖ ਕੇ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਹਿਰਦੇ ਵਿੱਚ ਵੀ ਪ੍ਰੇਮ ਆ ਗਿਆ। ਵਾਹਿਗੁਰੂ ਅਦਕ ਪ੍ਰੇਮ ਗੁਰ ਕੇ ਉਰ ਆਵਾ। ਸਿੱਖ ਦੇ ਮਨ ਵਿੱਚ ਤੇ ਅਥਾਹ ਪ੍ਰੇਮ ਆਇਆ। ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਹਿਰਦੇ ਵਿੱਚ ਵੀ ਮੁਹੱਬਤ ਆਈ। ਦੌਨ ਬਿਲੋਚਨ ਜਲ ਭਰ ਆਵਾ। ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨੇਤਰਾਂ 'ਚ ਵੀ ਜਲ ਭਰ ਆਇਆ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਦੇ ਗੁਰਸਿੱਖ ਵੀ ਮੈਂ ਨੀਰ ਵਹਿ ਚੱਲਿਆ ਜੀਓ। ਔਰ ਗਰੀਬ ਨਿਵਾਜ ਮਹਾਰਾਜ ਜੀ ਦੇ ਨੇਤਰਾਂ ਵਿੱਚ ਵੀ ਅੱਜ ਜਲ ਹੈ ਭਾਈ। ਨਹਿ ਕੁਛ ਕਹਿਓ ਗਇਓ ਰਹਿ ਖਰੇ। ਔਰ ਗਰੀਬ ਨਿਵਾਜ ਮਹਾਰਾਜ ਸਤਿਗੁਰੂ ਆਪਣੇ ਮੁਖ ਤੋਂ ਕੁਛ ਕਹਿਆ ਨਾ ਗਿਆ, ਅਕਹਿ ਰਸ ਵਿੱਚ ਹਨ ਆਪ ਜੀ ਔਰ ਖੜੇ ਰਹੇ ਹਨ। ਤਬ ਗੁਰਦਾਸ ਬ੍ਰਿਧ ਪਗ ਧਰੇ। ਉਸ ਵੇਲੇ ਭਾਈ ਗੁਰਦਾਸ ਜੀ ਸਾਹਿਬ ਜੀ ਨੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਆਪ ਜੀ ਦੇ ਚਰਨ ਪਰਸੇ ਹਨ। ਵਾਹਿਗੁਰੂ ਕੈਸੀ ਅਸਚਰਜ ਖੇਡ। ਭਾਈ ਗੁਰਦਾਸ ਜੀ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਪ੍ਰਬੰਧਕ ਹਨ ਔਰ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬਾਨ ਹਨ। ਆਪ ਜੀ ਨੂੰ ਪਤਾ ਹੋਵੇ ਕਿ ਨਾ, ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਜਿਹੜੇ ਮੁੱਖ ਗ੍ਰੰਥੀ ਸਿੰਘ ਸਾਹਿਬਾਨ ਹੁੰਦੇ ਹਨ, ਜਿਵੇਂ ਸ਼੍ਰੀਮਾਨ ਪਰਉਪਕਾਰੀ ਸੰਤ ਹਿਰਦਾ ਗੁਰਮੁਖ ਪਿਆਰੇ ਗਿਆਨੀ ਜੀ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਮੌਜੂਦਾ ਹੈੱਡ ਗ੍ਰੰਥੀ ਸਾਹਿਬਾਨ ਹਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਜੀ ਦੀ ਜਗ੍ਹਾ ਤੇ। ਤੁਸੀਂ ਹੈਰਾਨ ਹੋਵੋਗੇ ਜਾਣ ਕੇ, ਕੌਮ ਦੀ ਪਰੰਪਰਾ ਹੈ ਕਿ ਹੈੱਡ ਗ੍ਰੰਥੀ ਨੂੰ ਤਲਬ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਹਾਲਾਤਾਂ ਵਿੱਚ, ਕਿਸੇ ਵੀ ਹਾਲਾਤਾਂ ਵਿੱਚ ਤਖਤ ਦੇ ਉੱਪਰ। ਤਾਂ ਇਸ ਪ੍ਰਕਾਰ ਇੰਨਾ ਵੱਡਾ ਭਾਰੀ ਸਤਿਕਾਰ ਹੈ। ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਜੀ ਦੇ ਚਰਨਾਂ ਨੂੰ ਛੂਹ ਰਹੇ ਨੇ ਭਾਈ ਗੁਰਦਾਸ ਜੀ ਸਾਹਿਬ। ਤਾਂ ਇਸ ਪ੍ਰਕਾਰ ਤਬ ਗੁਰਦਾਸ ਬ੍ਰਿਧ ਪਗ ਧਰੇ। ਬਾਬਾ ਬੁੱਢਾ ਜੀ ਸਾਹਿਬ ਜੀ ਦੇ ਚਰਨਾਂ ਨੂੰ ਛੋਇਆ ਭਾਈ ਗੁਰਦਾਸ ਜੀ ਸਾਹਿਬ ਜੀ ਨੇ। ਕਰ ਬੰਧਨ ਕੋ ਕੁਛ ਹਿਲਾਏ। ਔਰ ਨਮਸਕਾਰ ਕੀਤੀ ਤੇ ਆਪ ਜੀ ਦੇ ਚਰਨਾਂ ਨੂੰ ਹਿਲਾਇਆ, ਸਚੇਤੀ ਵਿੱਚ ਲਿਆਂਦਾ ਹੈ। ਪੰਕਜ ਸੇ ਲੋਚਨ ਬਿਕਸਾਏ। ਔਰ ਕਮਲ ਦੇ ਪੱਤਰਿਆਂ ਵਰਗੇ ਚੌੜੇ ਨੇਤਰ, ਆਪ ਜੀ ਦੇ ਨੇਤਰਾਂ ਦੀਆਂ ਪਲਕਾਂ ਹੁਣ ਚਿੱਟੀਆਂ ਹੋ ਗਈਆਂ ਨੇ, ਸੋ ਹੀਰੇ ਆ ਗਏ ਨੇ ਨੇਤਰਾਂ ਦੀਆਂ ਪਲਕਾਂ ਦੇ ਉੱਪਰ। ਤੇ ਚੌੜੇ ਨੇਤਰ, ਸੋਹਣੀਆਂ ਪਲਕਾਂ, ਕਿਸੇ ਰਿਸ਼ੀ ਮੁਨੀ ਪੈਗੰਬਰ ਵਰਗੀਆਂ, ਉਹਨਾਂ ਪਲਕਾਂ ਦੇ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਆਪਣੇ ਨੇਤਰ ਖੋਲੇ ਹਨ। ਪ੍ਰੇਮ ਬਿਬਸ ਜਬ ਸਤਿਗੁਰ ਹੇਰੇ। ਜਿਸ ਵੇਲੇ ਸੋ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਪ੍ਰੇਮ ਵਿੱਚ ਬਿਵਸ ਹੋਏ ਹੋਏ, ਅਲਮਸਤ ਹੋਏ ਹੋਏ ਆਪ ਜੀ ਨੇ ਆਪਣੇ ਨੇਤਰ ਖੋਲੇ ਹਨ। ਤੂਰਨ ਗਹਿ ਪਾਏ ਤਿਸ ਬੇਰੇ। ਉਸ ਵੇਲੇ ਸਾਹਮਣੇ ਨੇਤਰਾਂ ਦੇ ਨਾਲ ਤੱਕਿਆ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਮਣੇ ਪ੍ਰਕਾਸ਼ਮਾਨ ਹਨ। ਉਸ ਵੇਲੇ ਤੂਰਨ ਗਹੇ ਪਾਏ ਤਿਸ ਬੇਰੇ, ਬੜੀ ਛੇਤੀ ਨਾਲ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਚਰਨ ਛੋਏ ਹਨ। ਨਮਰ ਭੈ ਸ੍ਰੀ ਹਰਗੋਬਿੰਦ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਆਪਣੇ ਆਨੰਦ ਪਿਆਰੇ ਗੁਰਸਿੱਖ ਜਾਣ ਕੇ, ਪਹਿਲੇ ਅਵਤਾਰ ਦੇ ਸੇਵਾਦਾਰ ਜਾਣ ਕੇ ਹੀ ਸੋ ਮਹਾਰਾਜ ਵੀ ਨਿਮਰਤਾ ਦੇ ਵਿੱਚ ਆਏ ਹਨ, ਨਮਰੀ ਭੂਤ ਹੋਏ। ਗਹੇ ਬ੍ਰਿਧ ਕੇ ਪਦ ਅਰਬਿੰਦ। ਮਹਾਰਾਜ ਜੀ ਨੇ ਵੀ ਬਾਬਾ ਬੁੱਢਾ ਜੀ ਸਾਹਿਬ ਜੀ ਦੇ ਚਰਨ ਛੂਹ ਲਏ ਹਨ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਉਹਨਾਂ ਦੀ ਪੂਜਾ ਮਹਾਰਾਜ ਆਪ ਕਰਾਉਂਦਾ ਹੈ, ਬਾਣੀ ਹੈ, ਫਿਰ ਸੁਣ ਲਓ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਸਿੱਧੇ ਦੇ ਅਰਥ ਨੇ ਪੇਂਡੂ ਭਾਸ਼ਾ 'ਚ ਕਿ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪੂਜਿਆ ਉਹਨਾਂ ਦੀ ਪੂਜਾ ਮਹਾਰਾਜ ਆਪ ਕਰਾਉਂਦਾ ਹੈ। ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਆਪਣੇ ਪਿਆਰਿਆਂ ਦੀ ਆਪ ਜੈ ਜੈਕਾਰ ਉਹ ਕਰਾਉਂਦਾ ਹੈ, ਆਪਣੇ ਪਿਆਰਿਆਂ ਦੀ ਆਪ ਸ਼ੋਭਾ ਕਰਾਉਂਦਾ। ਕਦੇ ਕਦੇ ਮਨ ਵਿੱਚ ਬਲਬਲੇ ਵੀ ਆਉਂਦੇ ਕਿ ਇੰਨੀ ਨਿੰਦਿਆ ਹੁੰਦੀ ਨਾਮ ਜਪਣ ਵਾਲਿਆਂ ਦੀ, ਤੇ ਨਾਮ ਜਪਣ ਵਾਲਿਆਂ ਦੀ ਸ਼ੋਭਾ ਵਿੱਚ ਕਿਉਂ ਨਹੀਂ ਘਾਟਾ ਹੁੰਦਾ? ਉਹ ਕਿਉਂ ਨਹੀਂ ਘਾਟਾ ਹੁੰਦਾ? ਕਿਉਂਕਿ ਉਹਨਾਂ ਦੀ ਵਡਿਆਈ ਪਰਮੇਸ਼ਰ ਕਰਾ ਰਿਹਾ। ਜੇ ਪਰਮੇਸ਼ਰ ਦਾ ਕੋਈ ਸ਼ਰੀਕ ਹੋਵੇ, ਰੱਬ ਦਾ ਕੋਈ ਸ਼ਰੀਕ ਹੋਵੇ, ਉਹ ਵਡਿਆਈ ਘਟਾਉਣਾ ਚਾਹੇ ਨਿੰਦਿਆ ਕਰਕੇ ਤੇ ਭਾਵੇਂ ਘਟ ਜੇ, ਪਰ ਰੱਬ ਦਾ ਸ਼ਰੀਕ ਕੌਣ? ਤਿਸੈ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ। ਉਹਦਾ ਕੋਈ ਸ਼ਰੀਕ ਨਹੀਂ, ਉਹ ਖੁਦਾ ਲਾ ਸ਼ਰੀਕ ਹੈ ਭਾਈ, ਉਹਦਾ ਕੋਈ ਸ਼ਰੀਕ ਨਹੀਂ ਹੋ ਸਕਦਾ। ਇਸ ਕਰਕੇ ਰੱਬ ਦਿਆਂ ਪਿਆਰਿਆਂ ਦੀ ਵਡਿਆਈ ਨੂੰ ਕੋਈ ਘਟਾ ਹੀ ਨਹੀਂ ਸਕਦਾ। ਉਹ ਤਾਂ ਦੂਣੀ ਚੌਣੀ ਦੇ ਵਡਿਆਈ ਸੋਭਾ ਨੀਤਾਂ ਨੀਤ। ਇਸ ਪ੍ਰਕਾਰ
ਸਤਿਗੁਰੂ ਜੀ ਮਹਾਰਾਜ ਨੇ ਵੀ ਬ੍ਰਹਮ ਗਿਆਨੀ ਗੁਰਸਿੱਖ ਜਾਣ ਕੇ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਜੀ ਦੇ ਚਰਨ ਛੋਏ ਹਨ। ਬੈਠਨ ਕੇ ਸਥਾਨ ਲੈ ਗਏ। ਔਰ ਜਿੱਥੇ ਉਹਨਾਂ ਦੇ ਬੈਠਣ ਦੀ ਜਗ੍ਹਾ ਸੀ, ਆਪ ਜੀ ਦਾ ਪਲੰਘ ਵੀ ਸ਼ੋਭਾਇਮਾਨ ਹੈ, ਉੱਥੇ ਆਪ ਜੀ ਨੂੰ ਲੈ ਕੇ ਗਏ ਹਨ ਬਹੁਤ ਸਤਿਕਾਰ ਦੇ ਨਾਲ। ਸਭ ਸਿੱਖ ਬ੍ਰਿਧ ਕੋ ਬੰਦਤ ਪਏ। ਉਸ ਵੇਲੇ ਸਾਰੇ ਗੁਰਸਿੱਖਾਂ ਨੇ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਸਾਹਿਬ, ਬਾਬਾ ਬਿਧੀ ਚੰਦ ਜੀ ਸਾਹਿਬ ਜੀ ਦੇ ਸਮੇਤ ਹੋਰ ਵੀ ਗੁਰਸਿੱਖ ਜੋ ਉਸ ਇਲਾਕੇ ਦੇ ਸਨ, ਹੋਰ ਵੀ ਗੁਰਸਿੱਖ ਸਨ ਜੋ ਯਾਤਰੂ ਵੀ, ਉਹਨਾਂ ਨੇ ਵੀ ਬਾਬਾ ਜੀ ਨੂੰ ਨਮਸਕਾਰਾਂ ਕੀਤੀਆਂ ਹਨ। ਤਹਿ ਕੇ ਸਿੱਖ ਗੁਰ ਕੋ ਕੀਏ ਨਮੋ। ਤੇ ਉੱਥੋਂ ਦੇ ਜਿਹੜੇ ਗੁਰਸਿੱਖ ਸਨ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਪਣੀਆਂ ਨਮਸਕਾਰਾਂ ਭੇਟ ਕੀਤੀਆਂ ਹਨ। ਬੈਠਤ ਪਏ ਬ੍ਰਿੰਦ ਤਹਿ ਸਮੋ। ਉਸ ਵੇਲੇ ਸਭ ਗੁਰਸਿੱਖ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਚਰਨਾਂ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਜੀ ਦੇ ਪਾਸ ਬੈਠ ਗਏ। ਬ੍ਰਿਧ ਸਾਹਿਬ ਕਰ ਜੋਰ ਉਚਾਰੀ। ਉਸ ਵੇਲੇ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਹੱਥ ਜੋੜ ਕੇ ਸਤਿਗੁਰੂ ਜੀ ਮਹਾਰਾਜ ਜੀ ਦੇ ਤਾਈਂ ਬੇਨਤੀ ਕਰੀ ਹੈ, ਇਹ ਕੁਛ ਰੀਤ ਨਹੀਂ ਨਾ ਤੁਮਾਰੀ। ਔਰ ਮਹਾਰਾਜ ਇਹ ਕੋਈ ਆਪ ਜੀ ਦੀ ਨਵੀਂ ਰੀਤੀ ਨਹੀਂ ਹੈ, ਕੋਈ ਨਵੀਂ ਮਰਜ਼ਾਦਾ ਨਹੀਂ, ਇਹ ਤੇ ਮਹਾਰਾਜ ਆਦ ਬਿਰਧ ਪ੍ਰਤਪਾਲਾ ਹੈ। ਦਾਸਨ ਬਸ ਹੋਏ ਕਰੁਣਾ ਕਰਹੁ। ਮਹਾਰਾਜ ਆਪ ਜੀ ਆਪਣੇ ਦਾਸਾਂ ਦੇ ਬਸੀਕਾਰ ਹੁੰਨੇ ਹੋ। ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਜਿਵੇਂ ਬਜ਼ੁਰਗ ਮਹਾਂਪੁਰਖ ਪੜ੍ਹਦੇ ਨਾ, ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ। ਤੂੰ ਆਪਣੇ ਭਗਤਾਂ ਦੇ ਬਸੀਕਾਰ ਹੈ ਮਹਾਰਾਜ। ਤੇਰੀਆਂ ਬੱਧੀਆਂ ਹੋਈਆਂ ਨੂੰ ਭਗਤ ਛਡਾ ਲੈਂਦੇ, ਪਰ ਬੱਧੀਆਂ ਭਗਤਾਂ ਦੀਆਂ ਤੂੰ ਨਹੀਂ ਛਡਾਉਂਦਾ। ਬਾਧੀ ਭਗਤ ਨਾ ਛੂਟੈ ਮੋਹੇ, ਮੇਰੀ ਬੰਧੀ ਭਗਤ ਛਡਾਵੈ, ਬੰਧੀ ਭਗਤ ਨਾ ਛੂਟੈ ਮੋਹੇ। ਇੱਕ ਸਮੇਂ ਮੋਕੋ ਕਹਿ ਬਾਂਧੈ, ਤੌਫ ਹੁਣ ਮੋਹ ਪੈ ਜਵਾਬ ਨਾ ਹੋਏ। ਜੋ ਹਮ ਬਾਂਧੇ ਪ੍ਰੇਮ ਬਾਸ ਫਾਸ मोह फास, हम प्रेम बदन तुम बांधे। अपने छूटने को जतन करो, हम छूटे तुम आराधे। माधवे जानता हो जैसी तैसी, अब कहाँ करोगे ऐसी। ऐसी अवस्था दे मालक गुरमुख ਹਨ। तो गरीब निवाज महाराज आप जी का मुढ़ कदीमां का सुभाव आद बिरद है महाराज। अपने भगतां दे प्रेम दे बसीकार हो। कछु न लोक लाज को तरहो। महाराज कोई लोक लाज भी नहीं करते कि लोग की कहणगे कि गुर लागो चेले की पाई, कि गुरु अपने चेले दे पैरी पिया है। ये भी महाराज परवाह नहीं करी आप जी ने। बिरद संभार आपनो आए। महाराज आप जी ने अपना बिरद संभालिया है सतगुरु। मेरो अंत समानिय राय। महाराज मेरा अंत समा जेड़ा है वो बिल्कुल नेड़े आ गया। नाम जपण वालियां नूं पता लग जाता है। ये कोई अत कथनी नहीं और बनाई हुई कोई गल नहीं। गुरबाणी विच एक तुक आउंदी, उहदे अर्थ किते पढ़ने बड़े गूढ़ अर्थ हन। गहरा जाना आज काल तेरी खुले गांठरी। साध संगत दी जीवन का सब तो वड्डा रहस धुन्नी विच है, नाभि विच है। जदों आपां माता दे उदर विच सी तां मां नूं दो शरीरां दी भुख लगदी सी, दो बंदियां दी भुख लगदी सी मां नूं। दो आदमी जिन्ना मां वो भोजन ग्रहण करदी सी, क्योंकि असीं भोजन ग्रहण करदे सी। ते वो भोजन साडे तक किवें पहुंचदा सी? वो नड़ूए दे राहीं, नाभि दे राही भोजन पहुँचता सी साढ़े पास। तां ही जन्म तो बाद वो नड़ूआ कटिया जाता है। जीवन का सब तो वड्डा रहस जो है वो नाभि है, वो धुन्नी है। इस तो वध कोई रहस नहीं हो सकता जीवन का। अध्यात्मवादी और जोगी पुरख और विज्ञानी भी इस गल नूं मनदे और जानते हैं। धुन्नी दे विच सवासां दी गंढ हुंदी है। साध संगत जी कदे गौर फरमाउणा अपने शरीर वल। वैसे तो दास अक्सर ही बेनती करदा कि सब ਸਿੰਘਾਂ ਨੂੰ ਜ਼ਰੂਰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨ ਤੋਂ ਬਾਅਦ ਆਪਣੇ ਸਰੀਰ ਦੀ ਮਾਲਿਸ਼ ਕਰਨੀ ਚਾਹੀਦੀ ਤੇਲ ਇਤਿਆਦਿਕ ਦੇ ਨਾਲ। ਮਾਲਿਸ਼ ਕਰਕੇ ਡੰਡ ਬੈਠਕਾ ਮਾਰੋ, ਹੱਡ ਹਿਲਾਓ। ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਆਪਣੇ ਆਪ ਹੀ ਠੀਕ ਹੋ ਜਾਣਗੀਆਂ। ਜੇ ਅਸੀਂ ਬੈਠੇ ਰਹਿਣਾ, ਸੁੱਤੇ ਹੀ ਉੱਠਣਾ ਤੇ ਫਿਰ ਉੱਠ ਕੇ ਫਿਰ ਬਹਿ ਜਾਣਾ, ਸਾਰਾ ਦਿਨ ਬੈਠੇ ਰਹਿਣਾ, ਜੋ ਮਰਜ਼ੀ ਕਰ ਲਓ, ਜੋ ਮਰਜ਼ੀ ਖਾ ਲਓ, ਦੁਹਾਈ ਰਾਮ ਕੀ ਅਸੀਂ ਤੰਦਰੁਸਤ ਨਹੀਂ ਰਹਿ ਸਕਦੇ। कदी शरीर वाल गौर फरमाउणा, साडी नाभि विच गंढ हुंदी है। इदां लगदा कि जिवें रेशम होवे ते रेशम दी डोर दी किसी ने गंढ बद्धी होवे, इस तरह नाभि विच धुन्नी विच गंढ हुंदी है। वो सवासां दी गंढ खुलदी है। उस तो 6 महीने बाद साडे प्राण जिहड़े ने वो छुट जांदे हन। 6 महीने बाद इत्थे पटने विच भी एक ब्रह्म ज्ञानी गुरमुख गुरसिख होए ने, श्री महान संत ज्ञानी अजीत सिंह साहब जी भिंडरां वाले महापुरख। भिंडरां उन्हां दा पिंड सीगा। संत बाबा गुरबचन सिंह साहब जी उन्हां नूं लैके आए सन। आप जी नेत्रहीन सन, बाहरी दृष्टि नहीं सी आप जी दे कोल, पर ब्रह्म ज्ञानी सन आप जी सिखर दे।
ਆਪ ਜੀ ਨੇ ਜਦੋਂ ਆਪਣਾ ਸਰੀਰ ਛੱਡਣਾ ਸੀ, ਇੱਥੇ ਪਟਨੇ ਵਿੱਚ ਇੱਕ ਕਥਾ ਦੇ ਰੋਜ਼ ਦੇ ਪ੍ਰੇਮੀ ਨੇ ਗੁਰਮੁਖ ਪਿਆਰੇ ਭਾਈ ਸੁਖਜਿੰਦਰ ਸਿੰਘ ਜੀ ਬਾਠ, ਅਸੀਂ ਉਹਨਾਂ ਨੂੰ ਪ੍ਰੇਮ ਦੇ ਨਾਲ ਬਾਬਾ ਭੋਲਾ ਸੋਹਣਾ ਕਹਿੰਦੇ ਉਹਨਾਂ ਨੂੰ ਅਸੀਂ। ਬਾਬੇ ਭੋਲਾ ਸੋਹਣਾ ਨੇ ਸਾਨੂੰ ਬਚਨ ਦੱਸਿਆ, ਉਹ ਹੁਣ ਵੀ ਇਸ ਟਾਈਮ ਵੀ ਕਥਾ ਆਪਣੇ ਘਰ ਵਿੱਚ ਬੈਠੇ ਸੁਣ ਰਹੇ ਨੇ, ਤੇ ਸਵੇਰ ਦੀ ਕਥਾ ਉਹ ਬਿਨ ਨਾਗੇ ਤੋਂ ਆਣ ਕੇ ਮਹਾਰਾਜ ਦੇ ਦਰਬਾਰ ਵਿੱਚ ਸੁਣਦੇ। ਕਈ ਕਥਾਵਾਂ ਦੇ ਭੋਗ ਉਹਨਾਂ ਨੇ ਸੁਣ ਲਏ ਨੇ, ਆਪ ਵੀ ਬੜੇ ਵਿਦਵਾਨ ਨੇ। ਦਸਮ ਮਹਾਰਾਜ ਦੀ ਬਾਣੀ, ਸਰਬਲੋ ਗ੍ਰੰਥ ਔਰ ਗੁਰੂ ਗ੍ਰੰਥ ਸਾਹਿਬ, ਹੋਰ ਵੀ ਰਾਜਨੀਤੀ ਦੇ ਗ੍ਰੰਥ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਭਾਈ ਭੋਲਾ ਸੋਹਣਾ ਨੂੰ ਪੜ੍ਹਾਏ। ਵਿਦਵਾਨ ਵੀ ਨੇ, ਸੋਝੀ ਵਾਲੇ ਨੇ। ਉਹਨਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਕਹਿੰਦੇ ਮੈਨੂੰ ਅਕਲ ਵਿੱਚ ਬੁਲਾਇਆ ਤੇ ਕਹਿਣ ਲੱਗੇ, ਭੋਲਾ ਸਿਆਂ ਅਖੇ ਜੇ ਕੋਈ ਬਚਨ ਹੋਵੇ ਤੇ ਆਪਣੇ ਕਰ ਲੈਣਾ ਚਾਹੀਦਾ ਹੈ, ਜਿਹਦੇ ਨਾਲ ਪ੍ਰੇਮ ਹੋਵੇ। ਭਾਈ ਭੋਲਾ ਸੋਹਣੀ ਕਹਿੰਦੇ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਉਂ ਨਹੀਂ, ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੇ ਪੁੱਤਰ ਹਾਂ, ਕਰ ਲੈਣਾ ਚਾਹੀਦਾ ਹੈ। ਆਪ ਜੀ ਖੁੱਲ੍ਹ ਕੇ ਬਚਨ ਕਰੋ, ਸਾਡਾ ਸੁਭਾਗ। ਕਹਿੰਦੇ ਵੇਖ ਲਓ ਵੀ ਅੱਗੇ ਪਿੱਛੇ ਕੋਈ ਹੈ ਤੇ ਨਹੀਂ, ਕਿਉਂਕਿ ਬਾਬਾ ਜੀ ਦੇ ਕੋਲ ਬਾਹਰੀ ਤੌਰ ਤੇ ਦ੍ਰਿਸ਼ਟੀ ਨਹੀਂ ਸੀ, ਨੇਤਰ ਨਹੀਂ ਸਨ, ਸਿਰੇ ਦੇ ਸਿਖਰ ਦੇ ਬ੍ਰਹਮ ਗਿਆਨੀ ਸਨ ਆਪ ਜੀ। ਉੱਚ ਆਤਮਿਕ ਅਵਸਥਾ, ਧਰਮ ਦਾ ਸਿਖਰ ਆਪ ਜੀ ਨੇ ਛੋਹਿਆ ਸੀ। ਕਹਿੰਦੇ ਵੀ ਨਹੀਂ ਕੋਈ ਨਹੀਂ ਹੈ। ਉਸ ਵੇਲੇ ਫਿਰ ਕਹਿਣ ਲੱਗੇ ਵੀ ਜੇ ਸਾਡਾ ਸਰੀਰ ਛੁੱਟਿਆ ਆਖੇ ਤੇ ਸੂਰਜ ਤੇ ਗੱਲ ਨਿਬੇੜ ਦਿੱਤੀ ਵੀ ਜੇ ਸਾਡਾ ਅੰਮ੍ਰਿਤ ਵੇਲੇ ਸਰੀਰ ਛੁੱਟੇ ਤੇ ਸੂਰਜ ਨਾ ਛਿਪਣ ਦਿਓ, ਤੇ ਜੇ ਰਾਤ ਨੂੰ ਸਰੀਰ ਛੁੱਟੇ ਤੇ ਸੂਰਜ ਚੜ੍ਹੇ ਸਾਡਾ ਸੰਸਕਾਰ ਕਰ ਦਿਓ, ਤੇ ਕਿਸੇ ਨੂੰ ਉਡੀਕਿਓ ਜੇ ਨਾ ਆਖੇ। ਫਿਰ ਇਹ ਗੱਲ ਕਹੀ ਵੀ ਚੈੱਕ ਕਰਾ ਲਿਓ ਵੀ ਪ੍ਰਾਣ ਛੁੱਟ ਗਏ ਨੇ ਕਿ ਨਹੀਂ ਛੁੱਟੇ, ਕਿਉਂਕਿ ਆਪ ਜੀ ਤੁਰੀ ਅਵਸਥਾ ਦੇ ਮਾਲਕ ਸਨ, ਬ੍ਰਹਮ ਗਿਆਨੀ ਸਨ। ਡਾਕਟਰਾਂ ਨੇ, ਔਰ ਇੱਥੇ ਗੁਰੂ ਗੋਬਿੰਦ ਸਿੰਘ ਹਸਪੀਟਲ ਹੈ, 10ਵੇਂ ਪਾਤਸ਼ਾਹ ਦੇ ਨਾਮ ਤੇ ਸਰਕਾਰੀ ਹਸਪੀਟਲ ਹੈ ਪਟਨੇ ਦਾ, ਸੋ ਇੱਥੋਂ ਨੇੜੇ ਹੀ ਆ। ਉੱਥੋਂ ਦੇ ਡਾਕਟਰਾਂ ਨੇ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਦੱਸ ਦਿੱਤਾ ਵੀ ਹੁਣ ਪ੍ਰਾਣ ਛੁੱਟ ਗਏ ਨੇ। ਫਿਰ ਇਹ ਗੱਲ ਕਹੀ ਵੀ ਗੰਗਾ ਦੇ ਕੰਢੇ ਤੇ ਸਾਡਾ ਸਰੀਰ ਦਾ ਸੰਸਕਾਰ ਕਰ ਦਿਓ, ਤੇ ਕੋਈ ਵੀ ਮਾਸ ਮੱਛੀ ਖਾਣ ਵਾਲਾ, ਤੰਬਾਕੂ ਤੇ ਸ਼ਰਾਬ ਦੀ ਵਰਤੋਂ ਕਰਨ ਵਾਲਾ ਸਾਡੇ ਸਰੀਰ ਦੇ ਨੇੜੇ ਨਾ ਜਾਵੇ, ਤੇ ਸਾਰਾ ਕੁਝ ਜੋ ਵੀ ਸਰੀਰ ਦਾ ਅੰਸ਼ ਬਚੇ ਉਹ ਜਲ ਵਿੱਚ ਆਪਣੇ ਹੱਥੀਂ ਪ੍ਰਵਾਹ ਕਰ ਦਿਓ ਆਪ। ਫਿਰ ਕੋਈ ਸਾਡੀ ਜਗ੍ਹਾ ਨਾ ਬਣਾਇਓ, ਸਾਰੀ ਜ਼ਿੰਦਗੀ ਅਸੀਂ ਗੁਰੂ ਦੀ ਪੂਜਾ ਕਰਾਈ ਹੈ, ਇਹ ਨਾ ਸਾਡੀ ਕੋਈ ਬਾਅਦ ਵਿੱਚ ਪੂਜਾ ਕਰਦਾ ਰਹੇ, ਇਸ ਤਰ੍ਹਾਂ ਦਾ ਕੋਈ ਕਰਮ ਨਾ ਹੋਵੇ। ਸਾਧ ਸੰਗਤ ਜੀ, ਇਹ ਕੱਲ ਦੀ ਗੱਲ ਹੈ ਜੇ, 2012 ਦੇ ਅਕਤੂਬਰ ਦੇ ਲਾਸਟ ਦੀ ਗੱਲ ਹੈ ਜੇ। ਕਿਹੜੀ ਗੱਲ, ਸਾਰੇ ਜੇ ਗੁਰਮੁਖ ਪਿਆਰੇ ਚੰਗੇ ਭਲੇ ਜਿੰਦੇ ਜਾਗਦੇ ਨੇ, ਸਾਰੇ ਹੀ ਇੱਥੇ ਗ੍ਰੰਥੀ ਸਿੰਘ ਸਾਹਿਬਾਨ ਵੀ ਗੁਰਮੁਖ ਪਿਆਰੇ ਸਾਰੇ ਸ਼ੁਭਾਇਮਾਨ ਨੇ। ਆ 2012 ਦੇ ਅਕਤੂਬਰ ਦੀ ਗੱਲ, 8 ਕੁ ਸਾਲ ਹੋਏ ਨਾ, ਫਿਰ ਸੋ ਜ਼ਿਆਦਾ ਸਮਾਂ ਨਹੀਂ ਹੋਇਆ, 8.5 ਸਾਲ ਬਣ ਗਏ। ਤੇ ਫਿਰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਇਆ। ਆਪ ਜੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਂਦੇ ਸੀ ਜਪਜੀ ਸਾਹਿਬ ਤੇ ਜਾਪ ਸਾਹਿਬ ਦੇ ਨਾਲ। ਜਿੰਨੇ ਵੀ ਕਮਾਈ ਵਾਲੇ ਹੋਏ ਨੇ ਉਹ ਸਾਧ ਸੰਗਤ ਜੀ ਜਪਜੀ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਨਾਲ ਜ਼ਰੂਰ ਪ੍ਰਕਾਸ਼ ਕਰਾਇਆ ਕਰਦੇ ਸਨ। ਜਪਜੀ ਸਾਹਿਬ ਤੇ ਜਾਪ ਸਾਹਿਬ ਦੇ ਨਾਲ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ। ਤੇ ਭੋਗ ਵਾਲੇ ਦਿਨ ਅੰਮ੍ਰਿਤ ਵੇਲੇ ਗੁਰਮੁਖ ਪਿਆਰੇ ਗਿਆਨੀ ਦਲਜੀਤ ਸਿੰਘ ਸਾਹਿਬ ਜੀ 4 ਤੋਂ 6 ਦੀ ਡਿਊਟੀ ਲਗਾਉਂਦੇ ਸਨ, ਜਿਨ੍ਹਾਂ ਨੇ ਕੱਲ੍ਹ ਨੂੰ ਆਪ ਜੀ ਨੇ ਕਥਾ ਸਰਵਣ ਕਰਾਉਣੀ ਹੈ। ਤੋ ਕਿਹਾ ਵੀ ਉੱਚੀ ਬਾਣੀ ਪੜ੍ਹ। ਗਿਆਨੀ ਜੀ ਨਾਲ ਦੀ ਬਹੁਤ ਉੱਚੀ ਆਵਾਜ਼ ਹੈ, ਗਿਆਨੀ ਦਲਜੀਤ ਸਿੰਘ ਸਾਹਿਬ ਜੀ ਨਾਲ ਦੀ, ਤੇ ਉੱਚੀ ਬਾਣੀ ਸੁਣਦਿਆਂ ਆਪਣਾ ਸਰੀਰ ਤਿਆਗਿਆ। ਫਿਰ ਇਹ ਗੱਲ ਕਹੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਨਾ ਹੋਵੇ, ਕੋਈ ਰੋਣ ਧੋਣ ਨਾ ਹੋਵੇ, ਤੇ ਅਖੰਡ ਪਾਠ ਸਾਹਿਬ ਫਿਰ ਲਗਾਤਾਰ ਚੱਲਣ ਦਿਓ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਵੀ ਸੋਝੀ ਵਾਲੇ ਸਨ। ਇਸ ਤਰ੍ਹਾਂ ਦੇ ਅਨੰਤ ਮਹਾਂਪੁਰਖ ਕਰਨੀ ਵਾਲੇ ਸਾਡੀ ਪੰਥ ਵਿੱਚ, ਸਾਡੀ ਕੌਮ ਦੇ ਵਿੱਚ ਹੋਏ ਨੇ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ। ਜੇ ਐਸਾ ਨਹੀਂ ਵੀ ਜੇ ਮੈਂ ਪਖੰਡੀਆਂ ਤੇ ਸਾਰੇ ਪਖੰਡੀ ਨੇ, ਜੇ ਮੈਂ ਢੌਂਗੀਆਂ ਤੇ ਸਾਰੇ ਢੌਂਗੀ ਨੇ। ਬੀਜ ਨਹੀਂ ਮਰਦਾ ਹੈ, ਨਾ ਕਿੱਕਰਾਂ ਦਾ ਮਰਦਾ, ਨਾ ਅੰਬਾਂ ਦਾ ਮਰਦਾ ਹੈ, ਕੋਈ ਬੀਜ ਨਹੀਂ ਮਰਦਾ। ਨਾ ਚੋਰ ਮਰੇ ਨੇ, ਨਾ ਸਾਧ ਮਰੇ ਨੇ, ਨਾ ਪਖੰਡੀ ਮਰੇ ਨੇ, ਨਾ ਸੰਤ ਮਰੇ ਨੇ। ਜਿੱਦਣ ਦੁਨੀਆ ਦੇ ਸੰਤ ਮਰ ਗਏ ਨਾ, ਉਦੋਂ ਦੁਨੀਆ ਮਰ ਜਾਣੀ ਜੇ, ਉਦੋਂ ਦੁਨੀਆ ਨਹੀਂ ਜੇ ਰਹਿਣੀ। ਸਾਧੂ ਹੀ ਸੰਸਾਰ ਨੂੰ ਥੰਮਦੇ ਨੇ ਭਾਈ। ਸਾਧੂਆਂ ਤੋਂ ਬਿਨਾਂ, ਨਾਮ ਜਪਣ ਵਾਲਿਆਂ ਤੋਂ ਬਿਨਾਂ ਸੰਸਾਰ ਨੂੰ ਥੰਮਣ ਵਾਲਾ ਕੋਈ ਨਹੀਂ ਜੇ ਹੈਗਾ। ਥੰਮੇ ਕੋਈ ਨਾ ਸਾਧ ਬਿਨ। ਇਸ ਪ੍ਰਕਾਰ ਉਹ ਸੋਝੀ ਵਾਲਿਆਂ ਨੂੰ ਸੋਝੀ ਹੋ ਜਾਂਦੀ ਹੈ। ਤੋ ਇਸ ਪ੍ਰਕਾਰ ਆਪਣੀ ਤਿਆਰੀ ਕਰ ਲੈਣੀ, ਆਪਣੇ ਘਰ ਜਾਪ ਕਰਦੇ ਨੇ, ਸਾਰਾ ਕੁਛ ਆਪੇ, ਸਾਰਾ ਹੀ ਵਰਤਾਰਾ ਵਰਤਾ ਦੇਣਾ। ਇੱਥੇ ਪੰਜਾਬ ਦੇ ਵਿੱਚ ਵੀ ਹੁਣ ਇਹ ਪਿੱਛੇ ਜੇ ਸਰੀਰ ਛੱਡਿਆ ਬ੍ਰਹਮ ਜੀ ਨਾਂ ਨੇ, ਨਿਰਮਲੇ ਮਹਾਂਪੁਰਖ ਸਨ, ਬਹੁਤ ਕਮਾਈ ਵਾਲੇ। ਉਹਨਾਂ ਨੇ ਇੱਕ ਛੋਟਾ ਜਿਹਾ ਭਜੰਗੀ ਸਿੰਘ ਲੈ ਕੇ ਪਾਲਿਆ ਸੀ, ਬਾਬਾ ਜਨਕ ਸੋਨਾ ਦਾ ਨਾਮ ਹੈ। 8 ਸਾਲ ਦੀ ਉਹਨਾਂ ਦੀ ਉਮਰ ਹੈ, ਤੇ ਹੁਣ ਉਹਨਾਂ ਦੀ ਗੱਦੀ ਤੇ ਬੈਠੇ ਨੇ। 1.5 ਸਾਲ ਦਾ
ਉਹ ਭੁਜੰਗੀ ਗੁਰਮੁਖ ਸਰੀਰ ਮਹਾਂਪੁਰਖ ਲੈ ਕੇ ਉਹਨਾਂ ਨੇ ਪਾਲਿਆ। ਤੇ ਅਜੇ ਜਨਮ ਵੀ ਨਹੀਂ ਸੀ ਹੋਇਆ ਉਸ ਭੁਜੰਗੀ ਸਿੰਘ ਦਾ। ਬਾਬਾ ਜਨਕ ਸਿੰਘ ਉਹਨਾਂ ਦਾ ਨਾਮ ਹੈ। ਪਿਛਲੇ ਦਿਨ ਜਦੋਂ ਉਹਨਾਂ ਨੂੰ ਗੱਦੀ ਮਿਲੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ, ਹੈੱਡ ਗ੍ਰੰਥੀ ਸਾਹਿਬਾਨ, ਸਮੁੱਚੀਆਂ ਸੰਪਰਦਾਵਾਂ ਜਥੇਬੰਦੀਆਂ ਉੱਥੇ ਹਾਜ਼ਰ ਹੋਈਆਂ। ਤੋ ਸਾਧ ਸੰਗਤ ਜੀ, ਹੋਇਆ ਇਸ ਤਰ੍ਹਾਂ ਕਿ ਅਜੇ ਉਹਨਾਂ ਦਾ ਜਨਮ ਵੀ ਨਹੀਂ ਹੋਇਆ, ਮਾਤਾ ਪਿਤਾ ਜੀ ਦਾ ਵਿਆਹ ਹੀ ਹੋਇਆ ਅਜੇ। ਤੋ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਜੋ ਤੀਸਰਾ ਬੱਚਾ ਤੁਹਾਡੇ ਘਰੇ ਪੈਦਾ ਹੋਵੇਗਾ ਉਹ ਤੁਸੀਂ ਸਾਨੂੰ ਦੇਣਾ ਹੈ। 1.5 ਸਾਲ ਦਾ ਬੱਚਾ ਲੈ ਕੇ ਪਾਲਿਆ। ਤੋ ਸਰਦਾਰ ਕੇਵਲ ਸਿੰਘ ਜੀ, ਜੋ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ, ਦਾਸ ਦੇ ਨਾਲ ਉਹਨਾਂ ਦਾ ਅੰਤਾਂ ਦਾ ਪ੍ਰੇਮ ਹੈ, ਪਰਿਵਾਰਕ ਬਹੁਤ ਜ਼ਿਆਦਾ ਪ੍ਰੇਮ ਹੈ ਸਾਰੇ ਪਰਿਵਾਰ ਦਾ ਹੀ। ਉਹਨਾਂ ਨੇ ਦੱਸਿਆ, ਕਹਿੰਦੇ ਜਦੋਂ ਬ੍ਰਹਮ ਜੀ ਇਹਨਾਂ ਨੇ ਉਸ ਭੁਜੰਗੀ ਸਿੰਘ ਨੂੰ, ਬਾਬਾ ਜਨਕ ਸਿੰਘ ਜੀ ਇਹਨਾਂ ਨੂੰ ਨਾਲ ਲੈ ਕੇ ਜਾਣਾ, ਸਫ਼ਰ ਕਰਦੇ ਆ। 8 ਸਾਲ ਦਾ ਬੱਚਾ ਕੀ ਹੁੰਦਾ ਹੁਣ, ਨੀਂਦ ਆਉਣੀ, ਨਾਮ ਜਪਦਿਆਂ ਸੌਣਾ, ਤੇ ਕਹਿੰਦੇ ਵੱਟ ਕੇ ਚਪੇੜ ਮਾਰਨੀ, ਪੂਰੀ ਜ਼ੋਰ ਦੀ ਲਫੇੜਾ ਮਾਰਨਾ 8 ਸਾਲਾਂ ਦੇ ਬੱਚੇ ਨੂੰ। ਕਹਿੰਦੇ ਅਸੀਂ ਬ੍ਰਹਮ ਜੀ ਇਹਨਾਂ ਨੂੰ ਬੇਨਤੀ ਕਰਨੀ ਬਾਬਾ ਜੀ ਨੂੰ ਵੀ ਮਹਾਰਾਜ ਭੁਜੰਗੀ ਆ, ਬੱਚਾ ਵਾ, ਕੀ ਗੱਲ ਆ। ਤੇ ਅੱਗੋਂ ਉਹਨਾਂ ਨੇ ਕਹਿਣਾ ਵੀ ਦਿਲ ਨਹੀਂ ਕਰਦਾ, ਦਿਲ ਤੇ ਪੱਥਰ ਰੱਖ ਕੇ ਮੈਂ ਇਹਦੇ ਚਪੇੜਾਂ ਮਾਰਦਾ, ਥਪੇੜੇ ਮਾਰਦਾ, ਪਰ ਮੈਨੂੰ ਤਿਆਰ ਕਰਨਾ, ਇਹ ਸਾਰਾ ਕੁਝ ਸੰਭਾਲੇਗਾ। ਤੇ ਤਹਿਸੀਲਦਾਰ ਨੂੰ ਬੁਲਾ ਕੇ ਸਾਰੀ ਵਸੀਅਤ, ਯੂਨੀਵਰਸਿਟੀ, ਸਾਰਾ ਕੁਝ ਉਹਨਾਂ ਦੇ ਨਾਮ ਕੀਤਾ। 8 ਸਾਲ ਦੇ, ਬਾਹਰੀ ਤੌਰ ਤੇ, ਸੰਸਾਰੀ ਤੌਰ ਤੇ ਅਸੀਂ ਬੱਚਾ ਹੀ ਕਵਾਂਗੇ ਨਾ, ਆਪਣੇ ਬਾਰੇ ਸਾਰਾ ਕੁਝ ਦੱਸ ਦਿੱਤਾ। ਤੋ ਐਸੇ ਗੁਰਮੁਖਾਂ ਦੀ ਸਾਡੇ ਪੰਥ ਵਿੱਚ ਕੋਈ ਕਮੀ ਨਹੀਂ ਹੈ। ਤੇ ਨਾ ਗੁਰੂ ਨਾਨਕ ਦੇ ਘਰ ਵਿੱਚ ਉਮਰਾਂ ਪੂਜੀਆਂ ਜਾਂਦੀਆਂ ਨੇ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋਈ ਚਿੱਤ ਕਰੇ। ਤੇ ਜਿਹੜੇ ਉਮਰਾਂ ਦੀਆਂ ਗੱਲਾਂ ਕਰਦੇ ਨੇ, ਜੋ ਮਰਜ਼ੀ ਹੋਣ, ਘੱਟੋ ਘੱਟ ਗੁਰੂ ਕੇ ਸਿੱਖ ਨਹੀਂ ਹੋ ਸਕਦੇ। ਇਹ ਪੈਮਾਨੇ ਦੁਨੀਆਦਾਰੀ ਦੇ ਉੱਪਰ ਹਨ, ਗੁਰੂ ਨਾਨਕ ਦੇ ਘਰ ਉੱਪਰ ਲਾਗੂ ਨਹੀਂ ਹੋ ਸਕਦੇ। ਲੋਕ ਕਹਿੰਦੇ 18 ਸਾਲ ਤੋਂ ਪਹਿਲਾਂ ਕੁਛ ਨਹੀਂ ਤੇ 60 ਸਾਲ ਤੋਂ ਬਾਅਦ ਕੁਛ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰੇ 5 ਸਾਲ ਦੀ ਅਵਸਥਾ ਵਿੱਚ ਧੰਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਬਾਲਾ ਪ੍ਰੀਤਮ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ 9-10 ਸਾਲ ਦੀ ਅਵਸਥਾ, ਗੁਰੂ 10ਵੇਂ ਪਾਤਸ਼ਾਹ ਮਹਾਰਾਜ 9-10 ਸਾਲ ਦੀ ਅਵਸਥਾ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਤੇ ਸ਼ੋਭਾਇਮਾਨ ਹੋਏ। ਔਰ ਲੋਕ ਕਹਿੰਦੇ 60 ਸਾਲ ਤੋਂ ਬਾਅਦ ਕੁਛ ਨਹੀਂ। ਤੇ ਬਿਰਧ ਬਾਬਾ ਅਮਰਦਾਸ ਜੀ ਸਾਹਿਬ 72 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਘਰੇ ਆਏ। 12 ਸਾਲ ਸੇਵਾ ਕੀਤੀ। 84 ਸਾਲ ਦੀ ਉਮਰ ਵਿੱਚ ਆਪ ਜੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ। ਇੱਥੇ ਉਮਰਾਂ ਨਹੀਂ ਪੂਜੀਆਂ ਜਾਂਦੀਆਂ। ਲੋਕ ਉਮਰਾਂ ਦੇਖਦੇ ਨੇ। ਬੜੇ ਦੁੱਖ ਦੀ ਗੱਲ ਹੈ, ਬੜੀ ਪੀੜਾ ਦੀ ਗੱਲ ਹੈ। ਔਰ ਇਹ ਪੀੜਾ ਦਾਸ ਨੇ ਵੀ ਬੜੀ ਹੰਢਾਈ ਆਪਣੀ ਜ਼ਿੰਦਗੀ ਵਿੱਚ, ਤੇ ਉਹ ਸਾਰੀ ਪੀੜਾ ਦਾਸ ਲਿਖੀ ਜਾ ਰਿਹਾ ਹੈ। ਕਦੇ ਵਕਤ ਆਵੇਗਾ ਤੇ ਦੁਨੀਆ ਨੂੰ ਦੱਸਾਂਗੇ। ਤੋ ਇਸ ਪ੍ਰਕਾਰ ਲੋਕ ਉਮਰਾਂ ਪੂਜਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰੇ ਉਮਰਾਂ ਨਹੀਂ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਨਾ ਜਾਪੀ ਖਸਮ ਕਾ ਦੇ ਕਿਸੇ ਵਡਾਈ ਦੇ। ਉਹਦੀ ਕੀ ਮੌਜ ਆ, ਕਿਹੜੇ ਘਾਹੀ ਨੂੰ ਫੜ ਕੇ ਉਹਨੇ ਵੱਡੇ ਵੱਡੇ ਵਿਦਵਾਨਾਂ ਦੇ ਤਕੱਬਰ ਤੋੜਦੇ ਨੇ, ਕੁਛ ਨਹੀਂ ਪਤਾ। ਤੇ ਨਿਮਰਤਾ ਵਿੱਚ ਹੀ ਰਹਿਣਾ ਚਾਹੀਦਾ। ਜੇ ਕਿਸੇ ਨੂੰ ਨਿਵਾਜਾ ਵੀ ਸਾਡੇ ਵਰਗੇ ਨੂੰ, ਤੇ ਸਾਡੇ ਵਰਗੇ 'ਚ ਹੰਕਾਰ ਆ ਜੇ, ਤੇ ਇਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੱਥੇ ਗਰਕ ਹੋ ਜਾਈਏ। ਇਹ ਤੇ ਸਾਰੀਆਂ ਉਹਦੀਆਂ ਆਪਣੀਆਂ ਹੀ ਵਡਿਆਈਆਂ ਹਨ ਭਾਈ। ਇੱਥੇ ਉਮਰਾਂ ਨਹੀਂ ਪੂਜੀ ਦੀਆਂ, ਇੱਥੇ ਤੇ ਬਖਸ਼ਿਸ਼ ਹੀ ਵੱਡੀ ਹੈ। ਤੋ ਇਸ ਪ੍ਰਕਾਰ ਇਹ ਕਰਨੀ ਕਮਾਈ ਵਾਲਿਆਂ ਦਾ, ਨਾਮ ਜਪਣ ਵਾਲਿਆਂ ਦਾ ਸਾਧ ਸੰਗਤ ਜੀ ਵਰਤਾਰਾ ਹੀ ਵੱਖਰਾ ਹੁੰਦਾ ਹੈ। ਤੋ ਇਸੇ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਨੂੰ ਬੇਨਤੀ ਕਰਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਮਹਾਰਾਜ, ਮੇਰੋ ਅੰਤ ਸਮਾਂ ਨੇੜੇ ਆਏ। ਮਹਾਰਾਜ ਮੇਰਾ ਅੰਤ ਸਮਾਂ ਨੇੜੇ ਹੈ, ਆਪ ਜੀ ਨੇ ਜਾਣਿਆ। ਕਿਰਪਾ ਧਾਰ ਦਰਸ਼ਨ ਕੋ ਦੀਨਾ। ਮਹਾਰਾਜ ਵੱਡੀ ਭਾਰੀ ਬਖਸ਼ਿਸ਼ ਕੀਤੀ ਹੈ, ਮੈਨੂੰ ਗਰੀਬ ਨੂੰ ਦਰਸ਼ਨ ਦਿੱਤਾ ਹੈ ਆਪ ਜੀ ਨੇ। ਨਿਤ ਸਿੱਖਨ ਬਸ ਗੁਰੂ ਪਰਬੀਨਾ। ਮਹਾਰਾਜ ਨਿਤ ਆਪ ਜੀ ਸਿੱਖਾਂ ਦੇ ਬਸੀਕਾਰ ਹੋ ਅੰਤਰਜਾਮੀ। ਸੁਨ ਸ੍ਰੀ ਗੁਰ ਸੁਭ ਉੱਤਰ ਦੀਨਾ। ਸੁਣ ਕਰਕੇ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਉੱਤਰ ਦਿੱਤਾ। ਤੁਮ ਸਿੱਖੀ ਮਗ ਉਜਲ ਕੀਨਾ। ਔਰ ਕਿਹਾ ਕਿ ਤੁਸੀਂ ਸਿੱਖੀ ਦੇ ਰਸਤੇ ਨੂੰ ਬਹੁਤ ਉਜਲ ਕੀਤਾ ਹੈ, ਸਿੱਖੀ ਦੇ ਰਸਤੇ ਨੂੰ ਹੋਰ ਪ੍ਰਚੰਡ ਕੀਤਾ ਹੈ ਆਪ ਜੀ ਨੇ। ਰਾਵਰ ਕੋ ਆਚਰਨ ਕਹੇਂਗੇ। ਔਰ ਕਿਹਾ ਕਿ ਜੋ ਗੁਰਸਿੱਖ ਆਪ ਜੀ ਦੇ ਆਚਰਣ ਨੂੰ ਗ੍ਰਹਿਣ ਕਰਨਗੇ, ਭਾਵ ਜਿਵੇਂ ਤੁਸਾਂ ਨੇ ਸਿੱਖੀ ਕਮਾਈ ਹੈ, ਉਹਨਾਂ ਨਕਸ਼ੇ ਕਦਮਾਂ ਉੱਪਰ ਚੱਲ ਕੇ ਸਿੱਖੀ ਨੂੰ ਧਾਰਨ ਕਰਨਗੇ। ਸੋ ਸਿੱਖ ਅਗ ਬੰਨਿ ਨ ਦਹੇਂਗੇ। ਔਰ ਕਿਹਾ ਕਿ ਉਹ ਸਿੱਖ ਜਿਹੜੇ ਨੇ ਹੰਕਾਰ, ਹਉਮੈ ਇਤਿਆਦਿਕ ਦੀ ਅੱਗ ਵਿੱਚ ਔਰ ਪਰਲੋਕ ਦੀ ਅੱਗ ਵਿੱਚ ਨਹੀਂ ਸੜਨਗੇ। ਤੋਰ ਨਾਮ ਲੈ ਸਿੱਖੀ ਤਰੇ। ਔਰ ਕਿਹਾ ਕਿ ਜੋ ਤੇਰਾ ਨਾਮ ਲੈ ਕੇ ਸਿੱਖੀ ਧਾਰਨ ਕਰਨਗੇ। ਕਹੋ ਕਿਉਂ ਨਾ ਭਵ ਸਾਗਰ ਤਰੇ। ਤੇ ਦੱਸੋ ਕਿਉਂ ਨਾ ਸੰਸਾਰ ਸਮੁੰਦੇ ਤੋਂ ਤਰਨਗੇ। ਜ਼ਰੂਰ ਬਰ ਜ਼ਰੂਰ ਤਰਨਗੇ। ਜੋ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ,
ਧੰਨ ਬਾਬਾ ਬੁੱਢਾ ਜੀ ਸਾਹਿਬ। ਮਾਝੇ ਦੇ ਲੋਕ ਤੇ ਗੱਲ ਗੱਲ ਦੇ ਨਾਲ ਬਾਬਾ ਬੁੱਢਾ ਜੀ ਸਾਹਿਬ ਜੀ ਨੂੰ ਯਾਦ ਕਰਦੇ ਨੇ ਕਿ ਬਾਬਾ ਬੁੱਢਾ ਜੀ ਸਾਹਿਬ ਜੀ ਦੀ ਕਿਰਪਾ ਹੋਈ, ਬਾਬਾ ਬੁੱਢਾ ਸਾਹਿਬ ਨੇ ਇਸ ਤਰ੍ਹਾਂ ਕਰਤਾ। ਇਸੇ ਕਰਕੇ ਉਹਨਾਂ ਦੀ ਚੜ੍ਹਦੀ ਕਲਾ ਹੀ ਹੁੰਦੀ ਹੈ ਸਦਾ। ਕਿਆ ਜੋ ਤੇਰਾ ਨਾਮ ਲੈ ਕੇ ਸਿੱਖੀ ਧਾਰਨ ਕਰਨਗੇ ਬਾਬਾ ਜੀ, ਕਿਉਂ ਨਾ ਤਰਨਗੇ, ਉਧਾਰ ਹੋ ਜਾਏਗਾ ਉਹਨਾਂ ਦਾ ਜੋ ਤੇਰੇ ਨਾਮ ਦੀ ਸ਼ਾਖ ਭਰਨਗੇ। ਜਿਵੇਂ ਮਾਨ ਨੇ ਕਿਹਾ ਨਾ, ਸੋ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਬਾਰੀ। ਗੁਰਮੁਖਾਂ ਦੇ ਕਦਮਾਂ ਦੇ ਪਿੱਛੇ ਬੜੇ ਬੜੇ ਪਾਪੀਆਂ ਦਾ ਖੋਟੇ ਸੰਗ ਤਰੇ। ਸੋ ਖੋਟੇ ਵੀ ਜਿਹੜੇ ਨੇ ਭਲਿਆਂ ਦੀ ਸੰਗਤ ਕਰਕੇ ਤਰ ਜਾਂਦੇ ਹਨ। ਇਤਿਆਦਿਕ ਬਹੁ ਆਪਸ ਮਾਹੀ, ਇਤਿਆਦਿਕ ਬਹੁਤ ਸਾਰੇ ਬਚਨ ਬਿਲਾਸ ਆਪਸ ਵਿੱਚ ਕੀਤੇ ਹਨ। ਕਹੀ ਸੁਨੀ ਮਹਿਮਾ ਚਿਤ ਪਾਹੀ, ਔਰ ਕਹੇ ਹਨ ਬਚਨ ਸੁਨੇ ਹਨ ਬਹੁਤ ਪ੍ਰੇਮ ਦੇ ਸਹਿਤ। ਸੁੰਦਰ ਮੰਦਰ ਅੰਦਰ ਡੇਰਾ, ਸੋਹਣੇ ਮੰਦਰ ਦੇ ਅੰਦਰ ਡੇਰਾ ਕੀਤਾ ਹੈ। ਕਰਵਾਇਓ ਸਾਦਰ ਤਿਸ ਬੇਰਾ, ਉਸ ਵੇਲੇ ਆਦਰ ਦੇ ਸਹਿਤ ਗਰੀਬ ਨਵਾਜ ਮਹਾਰਾਜ ਜੀ ਨੇ ਡੇਰਾ ਕਰਵਾਇਆ। ਜਥਾ ਜੋਗ ਸਭ ਕੋ ਸੁਖ ਦਇਓ, ਔਰ ਇਸ ਪ੍ਰਕਾਰ ਜਥਾ ਜੋਗ ਸਭ ਦੇ ਤਾਈਂ ਸੁਖ ਦਿੱਤਾ ਹੈ। ਦੇਗ ਪ੍ਰਸਾਦ ਤਿਆਰ ਤਬ ਭਇਓ, ਔਰ ਇੰਨੇ ਸਮੇਂ ਨੂੰ ਕੜਾ ਪ੍ਰਸਾਦ ਵੀ ਤਿਆਰ ਹੋ ਗਿਆ ਹੈ। ਭਾਂਤ ਭਾਂਤ ਕੇ ਭੋਜਨ ਕਰੇ, ਔਰ ਅਨੇਕਾਂ ਪ੍ਰਕਾਰ ਦੇ ਭੋਜਨ ਸਤਿਗੁਰੂ ਜੀ ਮਹਾਰਾਜ ਵਾਸਤੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਜੀ ਦੇ ਪਰਿਵਾਰ ਔਰ ਸੇਵਾਦਾਰਾਂ ਨੇ ਤਿਆਰ ਕਰੇ ਹਨ। ਮਧੁਰ ਤੁਰਸ ਬਹੁ ਸਵਾਦਨ ਭਰੇ, ਜਿਹੜੇ ਪਦਾਰਥ ਕੁਝ ਮਿੱਠੇ ਹੁੰਦੇ ਨੇ, ਕੁਝ ਕੌੜੇ, ਕੁਝ ਕਸੈਲੇ, ਕੁਝ ਫਿੱਕੇ, ਕੁਝ ਚਟਪਟੇ। ਇਸ ਪ੍ਰਕਾਰ ਇਹ 6 ਤਰ੍ਹਾਂ ਦੇ ਰਸ ਹੁੰਦੇ ਹਨ। ਇਹ ਖੱਟ ਰਸ ਤਿਆਰ ਕੀਤੇ ਹਨ ਮਹਾਰਾਜ ਵਾਸਤੇ। ਨਿਕਟ ਬੈਠ ਗੁਰ ਕੋ ਅਚਵਾਇਓ, ਕਹਿੰਦੇ ਨੇੜੇ ਬੈਠ ਕੇ ਸਤਿਗੁਰੂ ਜੀ ਮਹਾਰਾਜ ਨੂੰ ਭੋਜਨ ਛਕਾਇਆ ਬਾਬਾ ਬੁੱਢਾ ਜੀ ਸਾਹਿਬ ਜੀ ਨੇ। ਪੁਨ ਸਭ ਸੈਨਾ ਕੋ ਵਰਤਾਇਓ, ਔਰ ਜਿਹੜੀ ਮਹਾਰਾਜ ਦੇ ਨਾਲ ਸੈਨਾ ਫੌਜ ਆਈ ਸੀ ਉਹਨਾਂ ਨੂੰ ਵੀ ਭੋਜਨ ਪ੍ਰਸ਼ਾਦ ਪਾਣੀ ਵਰਤਾਇਆ। ਸੁਪਤਨ ਸਮੇਂ ਜਾਨ ਬ੍ਰਿਧ ਪਾਈ, ਕਹਿੰਦੇ ਇਸ ਪ੍ਰਕਾਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਫਿਰ ਸੌਣ ਦਾ ਆਰਾਮ ਦਾ ਸਮਾਂ ਜਾਣ ਕੇ ਮ੍ਰਿਦ ਸਹਿਜਾ ਸੁੰਦਰ ਡਸਵਾਈ, ਬਹੁਤ ਸੋਹਣੀ ਅਤੇ ਸੁੰਦਰ ਸੇਜਾ ਗੁਰੂ ਗਰੀਬ ਨਿਵਾਜ ਮਹਾਰਾਜ ਵਾਸਤੇ ਡਾਹੀ ਹੈ। ਭੂਮਾਸਨ ਆਪਣੋ ਤਬ ਕੀਨ, ਇਸ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਉੱਚੇ ਸਿੰਘਾਸਨ ਤੇ ਸੱਜੇ ਨੇ ਔਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਭੂਮ ਦੇ ਉੱਪਰ, ਜ਼ਮੀਨ ਦੇ ਉੱਪਰ ਆਪਣਾ ਆਸਣ ਕੀਤਾ ਹੈ। ਸਾਧ ਸੰਗਤ ਜੀਓ, ਸਾਡੇ ਵੱਡੇ ਭਾਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਸਾਡੇ ਨਿਮਾਣਿਆਂ ਦੇ ਘਰ ਵਿੱਚ ਆਉਂਦੇ ਨੇ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਵਾਰਾ ਸਾਡੇ ਘਰ ਵਿੱਚ ਆਵੇ ਤੇ ਵਧੀਆ ਖੁੱਲੇ ਜਿਹੜਾ ਡਬਲ ਬੈੱਡ ਹੁੰਦਾ ਉਹਦੇ ਉੱਪਰ ਹੋ ਸਕੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਵਾਓ। ਸ਼ਹਿਰਾਂ ਦੇ ਵਿੱਚ ਦੇਖਿਆ ਸਾਧ ਸੰਗਤ ਜੀ ਬਹੁਤ ਭਾਰੀ ਦੁੱਖ ਲੱਗਦਾ ਹੈ, ਬਹੁਤ ਜ਼ਿਆਦਾ ਪੀੜਾ ਹੁੰਦੀ ਆ ਦੇਖ ਕੇ ਜਾਣ ਕੇ ਕਿ ਅੱਜ ਕੱਲ੍ਹ ਰੈਡੀਮੇਡ ਉਹ ਸਾਧ ਸੰਗਤ ਜੀ ਪਾਲਕੀ ਤੇ ਰੈਡੀਮੇਡ ਹੀ ਪਾਲਕੀ ਦੇ ਵਿੱਚ ਹੀ ਚੰਦੋਆ ਹੱਦ ਹੋ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਜ਼ੀਰ ਜਿਹਨੇ ਅਖੰਡ ਪਾਠ ਕਰਨਾ ਉਹ ਚੰਦੋਵੇ ਤੋਂ ਬਾਹਰ ਹੋਵੇ ਤੇ ਅਸੀਂ ਕਿਹੜੇ ਮੂੰਹ ਦੇ ਨਾਲ ਚੌਰ ਛਤਰ ਤਖਤ ਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਖੀਏ। ਛੋਟੀ ਜੀ ਪਾਲਕੀ ਸ਼ਾਇਦ ਉਹ 2-4 ਫੁੱਟ ਦੀ ਹੋਵੇ, ਇੰਨੀ ਕੀ ਉਹਦੇ ਵਿੱਚ ਕੀ ਚੌਰ ਹੋਵੇਗਾ, ਕੀ ਮਹਾਰਾਜ ਦੀ ਸੇਵਾ ਹੋਵੇਗੀ। ਔਰ ਸਾਧ ਸੰਗਤ ਜੀ ਬਸ ਉਹ ਇੱਕ ਸਰੀਰ ਸਾਰਾ ਕੁਝ ਵਲੇਟ ਕੇ ਲੈ ਕੇ ਆ ਜਾਂਦਾ, ਉਹਨੂੰ ਫੋਲਡ ਕਰਕੇ ਲਓ ਜੀ ਖੇਡ ਸਮਾਪਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਦਬ ਉਹ, ਸਤਕਾਰ ਉਹ ਜੋ ਸ਼੍ਰੀ ਦਮਦਮੇ ਟਕਸਾਲ ਔਰ ਨਾਨਕਸਰ ਦੇ ਮਹਾਂਪੁਰਖ ਕਰਦੇ ਨੇ, ਉਹ ਵਾਸਤਵਿਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਦਬ ਔਰ ਸਤਕਾਰ ਹੈ। ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੇ ਕਿਤੇ ਆਉਣ ਘਰ ਵਿੱਚ ਤੇ ਗੁਰਸਿੱਖਾਂ ਨੂੰ ਉੱਚੀ ਜਗ੍ਹਾ ਤੇ ਨਹੀਂ ਸੱਜਣਾ ਚਾਹੀਦਾ ਹੈ। ਮਹਾਰਾਜ ਜੀ ਦਾ ਵੱਧ ਤੋਂ ਵੱਧ ਔਰ ਸਭ ਤੋਂ ਵੱਧ ਅਦਬ ਕਰਨਾ ਚਾਹੀਦਾ। ਗੁਰੂ ਕੀ ਕਥਾ ਸਾਨੂੰ ਜੀਵਨ ਜੁਗਤ ਸਿਖਾ ਰਹੀ ਹੈ। ਭਾਈ ਸਾਹਿਬ ਜੀ ਦੁਬਾਰਾ ਤੁਕ ਪੜਿਓ। ਭੂਮਾਸਨ ਆਪਣੋ ਤਬ ਕੀਨ, ਉਸ ਵੇਲੇ ਸਤਿਗੁਰੂ ਜੀ ਮਹਾਰਾਜ ਵਾਸਤੇ ਸੋਹਣਾ ਪਲੰਘ ਡਾਇਆ ਔਰ ਬਾਬਾ ਜੀ ਸਾਹਿਬ ਬਾਬਾ ਬੁੱਢਾ ਜੀ ਸਾਹਿਬ ਜਿਨ੍ਹਾਂ ਦੇ ਮਹਾਰਾਜ ਚਰਨ ਛੂੰਹਦੇ ਨੇ, ਜਿਨ੍ਹਾਂ ਦੇ ਚਰਨ ਭਾਈ ਗੁਰਦਾਸ ਜੀ ਸਾਹਿਬ ਛੂਏ ਨੇ, ਪਰ ਗੁਰੂ ਕਾ ਇੰਨਾ ਅਦਬ, ਉਹ ਆਪ ਭੂਮ ਦੇ ਉੱਪਰ ਜ਼ਮੀਨ ਉੱਪਰ ਸੁੱਤੇ। ਦੁਖਦਾਈ ਗੱਲ, ਮਹਾਰਾਜ ਦਾ ਪ੍ਰਕਾਸ਼ ਹੋਵੇ, ਸਾਹਮਣੇ ਕੁਰਸੀਆਂ ਡਾਈਆਂ ਹੋਈਆਂ, ਕੋਈ ਅਦਬ ਨਹੀਂ, ਕੋਈ ਸਤਕਾਰ ਨਹੀਂ, ਕੋਈ ਖੁੱਲੇ ਬਸਤਰ ਵੀ ਨਹੀਂ ਰੱਜ ਕੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਕਾਰ ਵਿੱਚ ਹੋਣੇ ਚਾਹੀਦੇ ਨੇ। ਇਹ ਸਾਧ ਸੰਗਤ ਜੀ ਗੁਰਸਿੱਖਾਂ ਨੂੰ ਨਹੀਂ ਬਣ ਆਉਂਦਾ ਹੈ। ਸਾਨੂੰ ਗੁਰਮਤਿ ਦੀ ਸੋਝੀ ਦੀ ਘਾਟ ਕਰਕੇ ਹੀ ਸਭ ਕੁਝ ਆਉਂਦਾ ਹੈ। ਤੋ ਗਰੀਬ ਨਿਵਾਜ ਮਹਾਰਾਜ ਜੀ ਦਾ ਜਿੰਨਾ ਅਦਬ ਕਰਾਂਗੇ ਸਾਡਾ ਵੀ ਉਹਨਾਂ ਮਹਾਰਾਜ ਦੀ ਦਰਗਾਹ ਵਿੱਚ ਅਦਬ ਹੋਵੇਗਾ। ਦੁਨੀਆ ਦੇ ਅਦਬ ਦੀ ਕੋਈ ਬਹੁਤ ਵੱਡੀ ਗੱਲ ਨਹੀਂ। ਦੁਨੀਆ ਦੀ ਸ਼ੋਭਾ 4 ਦਿਹਾੜੇ ਜਾਂਦੇ ਬਲਮ ਨਾ ਹੋਈ। ਇਹ ਤੇ ਦੁਨੀਆ ਦੀ ਸ਼ੋਭਾ ਮਾਇਆ ਦੀ ਸ਼ੋਭਾ ਹੈ।
ਵਾਸਤਵਿਕ ਸ਼ੋਭਾ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਦਰਗਾਹ ਵਿੱਚ ਮਰਨ ਤੋਂ ਉਪਰੰਤ ਸਾਨੂੰ ਮਿਲਣੀ ਹੈ। ਤੋ ਇਸ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਦਾ ਵੱਡਾ ਭਾਰੀ ਅਦਬ ਕਰਕੇ ਸਿੰਘਾਸਨ ਤੇ ਔਰ ਆਪ ਜੀ ਸੱਜੇ ਔਰ ਥੱਲੇ ਹੀ ਸੱਜੇ ਹਨ। ਸ੍ਰੀ ਹਰਿ ਗੋਬਿੰਦ ਸਭ ਬਿਦ ਚੀਨ। ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਹੁਤ ਵੱਡਾ ਸਤਿਕਾਰ ਜਾਣਿਆ। ਤਜ ਸਹਿਜਾ ਪੂਮਾਸਨ ਕਰੇ। ਔਰ ਇਸ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਵੀ ਸੇਜਾ ਛੱਡ ਕੇ ਤੇ ਭੂਮ ਦੇ ਉੱਪਰ ਹੀ ਆ ਗਏ ਹਨ। ਬਿਰਧ ਸਾਹਿਬ ਕੇ ਢਿਗ ਗੁਰ ਥਿਰੇ। ਦੇਖੋ ਜੀ ਕੈਸੀ ਖੇਡ ਗੁਰੂ ਨਾਨਕ ਦੇ ਘਰ ਦੀ। ਮਹਾਰਾਜ ਸਿੰਘਾਸਨ ਤੇ ਨਹੀਂ ਸੱਜੇ, ਮਹਾਰਾਜ ਵੀ ਥੱਲੇ ਆ ਗਏ ਕਿ ਬਾਬਾ ਜੀ ਜੇ ਤੁਸੀਂ ਸੱਜਣਾ ਥੱਲੇ ਤੇ ਮੈਂ ਵੀ ਤੁਹਾਡੇ ਨਾਲ ਥੱਲੇ ਹੀ ਸੱਜਾਂਗਾ। ਨਿਸਮਹਿ ਬਚਨ ਬਿਲਾਸ ਕਰੰਤ। ਔਰ ਰਾਤ ਦੇ ਸਮੇਂ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਔਰ ਮਹਾਰਾਜ ਦੇ ਪਿਆਰੇ ਗੁਰਸਿੱਖ ਬਾਬਾ ਬੁੱਢਾ ਜੀ ਸਾਹਿਬ ਭਜਨ ਬਿਲਾਸ ਕਰਦੇ। ਭਨਤ ਪਏ ਸ੍ਰੀ ਗੁਰ ਭਗਵੰਤ। ਔਰ ਪਰਮੇਸ਼ਰ ਦੇ ਭਜਨ ਬਿਲਾਸ ਆਪਸ ਵਿੱਚ ਹੋ ਰਹੇ ਹਨ। ਸ੍ਰੀ ਨਾਨਕ ਆਦਿਕ ਗੁਰ ਸਾਰੇ। ਆਦਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਦਰਸ਼ਨ, ਆਪ ਜੀ ਨੇ ਉਹਨਾਂ ਦੇ ਦਰਸ਼ਨ ਪਾਏ ਹਨ। ਬਾਬਾ ਜੀ ਰਹੇ ਨਿਕਟ ਸਵਰੀਤ ਨਿਹਾਰੇ। ਮਹਾਰਾਜ ਦੇ ਪਾਸ ਵੀ ਰਹੇ ਹੋ, ਖੁੱਲ ਕੇ ਮਹਾਰਾਜ ਜੀ ਦਾ ਦਰਸ਼ਨ ਵੀ ਪਾਇਆ ਹੈ। ਹਾਨ ਲਾਭ ਸਭ ਬਿਦ ਹੀ ਜਾਨੋ। ਔਰ ਹਰ ਪ੍ਰਕਾਰ ਦੇ ਹਾਨੀ ਅਤੇ ਲਾਭ ਨੂੰ ਆਪ ਜੀ ਜਾਣਦੇ ਹੋ ਬਾਬਾ ਬੁੱਢਾ ਜੀ ਸਾਹਿਬ। ਮੁਝ ਪ੍ਰਤ ਕੁਛ ਉਪਦੇਸ਼ ਬਖਾਨੋ। ਆਪ ਜੀ ਜਰੂਰ ਕਿਰਪਾ ਕਰੋ, ਮੇਰੇ ਤਾਈਂ ਉਪਦੇਸ਼ ਦਿਓ। ਸਤਿਗੁਰੂ ਜੀ ਮਹਾਰਾਜ ਬਾਬਾ ਬੁੱਢਾ ਜੀ ਸਾਹਿਬ ਜੀ ਨੂੰ ਕਹਿ ਰਹੇ। ਸੇਵਕ ਜਾਨ ਦਇਆ ਰਸ ਢਰੀਐ। ਮਹਾਰਾਜ ਮੈਂ ਆਪ ਜੀ ਦਾ ਸੇਵਕ ਹਾਂ, ਕਿਉਂਕਿ ਬਾਬਾ ਬੁੱਢਾ ਜੀ ਸਾਹਿਬ ਸਤਿਗੁਰਾਂ ਦੇ ਵਿਦਿਆ ਗੁਰੂ ਹਨ। ਸਾਧ ਸੰਗਤ ਜੀ ਵਿਦਿਆ ਗੁਰੂ ਮੈਂ ਸ਼ਬਦ ਵਰਤਿਆ ਹੈ। ਵਿਦਿਆ ਸਿਖਾਉਣ ਵਾਲੇ ਸਨ। ਸ਼ਾਸਤਰ ਔਰ ਸ਼ਾਸਤਰ ਵਿਦਿਆ ਹਰ ਪ੍ਰਕਾਰ ਦੀ ਵਿਦਿਆ ਆਪ ਜੀ ਨੇ ਸਿਖਾਈ ਸੀ। ਔਰ ਪੱਟੀ ਜਿਹੜੀ ਊੜਾ ਐੜਾ ਗੁਰਮੁਖੀ ਫਾਰਸੀ ਅਰਬੀ ਸੰਸਕ੍ਰਿਤ ਇਤਿਆਦਿਕ ਸਾਰੀਆਂ ਭਾਸ਼ਾਵਾਂ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਮਹਾਰਾਜ ਨੂੰ ਸਿਖਾਈਆਂ ਸਨ। ਤੋ ਇਸ ਪ੍ਰਕਾਰ ਬੇਨਤੀ ਕੀਤੀ ਆਪ ਜੀ ਕਿਰਪਾ ਕਰਕੇ ਉਪਦੇਸ਼ ਦਿਓ ਮੇਰੇ ਤਾਈਂ। ਸਿੱਖਿਆ ਭਲੀ ਬਤਾਵਨ ਕਰੀਐ। ਕੋਈ ਭਲੀ ਸਿੱਖਿਆ ਦੇ ਦੇ ਕਰਕੇ ਮੇਰਾ ਭਲਾ ਉਧਾਰ ਹੋਵੇ। ਆਪ ਜੀ ਬਤਾਓ ਮੇਰੇ ਤਾਈਂ ਦੱਸੋ। ਸੁਨ ਬ੍ਰਿਧ ਕਹਿਓ ਆਪ ਨਾਰਾਇਣ। ਸੁਣ ਕਰਕੇ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਕਿਹਾ ਸਤਿਗੁਰੂ ਆਪ ਜੀ ਦਾ ਨਾਰਾਇਣ ਰੂਪ ਹੋ, ਆਪ ਨਾਰਾਇਣ ਕਲਾ ਧਾਰ ਹੋ। ਛਠਮ ਰੂਪ ਤੁਮ ਧਰਿਓ ਸੁਹਾਇਨ। ਔਰ ਉਸ ਨਰ ਨਾਰਾਇਣ ਵਾਹਿਗੁਰੂ ਜੀ ਦਾ ਛਠਮ ਸੇਵਾ ਰੂਪ ਹੋ, ਛਠਮ ਪੀਰ ਹੋ ਆਪ। ਗਨ ਸਿੱਖਨ ਗੋਦਿਜ ਅਰ ਧਰਨੀ। ਮਹਾਰਾਜ ਸਮੂਹ ਸਿੱਖ ਗਊ ਗਰੀਬ ਔਰ ਬ੍ਰਹਮ ਗਿਆਨੀ ਲੋਕ ਰੱਬ ਦੇ ਪਿਆਰੇ। ਔਰ ਇਹ ਧਰਤੀ ਜੋ ਹੈ ਇਹ 4-5 ਜੋ ਸ਼ਕਤੀਆਂ ਹਨ ਉਹਨਾਂ ਦੀ ਰੱਖਿਆ ਵਾਸਤੇ ਆਪ ਜੀ ਨੇ ਸ਼ਸਤਰ ਧਾਰਨ ਕੀਤੇ ਹਨ। ਧਰਿਓ ਦੇਹ ਰੱਛਾ ਇਨ ਕਰਨੀ। ਮਹਾਰਾਜ ਇਹਨਾਂ ਦੀ ਰੱਖਿਆ ਦੇ ਵਾਸਤੇ ਆਪ ਜੀ ਨੇ 20 ਰਸੀ ਰੂਪ ਧਾਰਨ ਕੀਤਾ ਹੈ। ਧਿਆਨ ਬਿਖੈ ਆਰਾਧਤ ਜੋਗੀ। ਮਹਾਰਾਜ ਆਪ ਜੀ ਨੂੰ ਜੋਗੀ ਲੋਕ ਧਿਆਨ ਵਿੱਚ ਆਰਾਧਦੇ ਹਨ। ਮਹਾਰਾਜ ਐਸੇ ਮਹਾਨ ਹੋ, ਆਪ ਵਿਰਾਟ ਰੂਪ ਵਾਲੇ ਹੋ। ਤੇ ਮਹਾਰਾਜ ਮੈਂ ਕੀ ਉਪਦੇਸ਼ ਦੇ ਸਕਦਾ ਹਾਂ। ਭੋਗਨ ਹਿਤ ਸੇਵਤ ਸਭ ਭੋਗੀ। ਜਿਹੜੇ ਭੋਗੀ ਲੋਕ ਹਨ, ਰਸਕ ਪੁਰਸ਼ ਹਨ, ਉਹ ਰਸ ਦੀਆਂ ਇਛਾਵਾਂ ਨੂੰ ਲੈ ਕੇ, ਭੋਗ ਦੀ ਇੱਛਾ ਨੂੰ ਲੈ ਕੇ ਆਪ ਜੀ ਦੀ ਸੇਵਾ ਕਰਦੇ ਹਨ। ਬ੍ਰਹਮ ਆਤਮਾਨੰਦ ਸਰੂਪ। ਮਹਾਰਾਜ ਆਪ ਜੀ ਬ੍ਰਹਮ ਸਰੂਪ ਹੋ, ਸਭ ਦਾ ਆਤਮਾ ਆਪਾ ਹੋ ਆਪ। ਖਾਨਤ ਅਸਚਰਜ ਚਲਤ ਅਨੂਪ। ਆਪ ਜੀ ਦੇ ਜਿਹੜੇ ਚਲਤ ਚਰਿੱਤਰ ਹਨ, ਕੌਤਕ ਹਨ, ਉਹ ਪਰੇ ਤੋਂ ਵੀ ਪਰੇ ਹਨ ਸਤਿਗੁਰੂ। ਸਭ ਕੋ ਸਿੱਖਕ ਰਾਵਰ ਅਹੋ। ਮਹਾਰਾਜ ਆਪ ਜੀ ਤੇ ਸਾਰਿਆਂ ਨੂੰ ਸਿੱਖਿਆ ਦੇਣ ਵਾਲੇ ਸਭ ਦੇ ਸਿਕਸ਼ਕ ਹੋ ਆਪ ਮਹਾਰਾਜ। ਤੇ ਮੈਂ ਕੀ ਸਿੱਖਿਆ ਦੇ ਸਕਦਾ ਹਾਂ। ਕਹਾਂ ਸਿੱਖ ਮੈਂ ਤੁਮ ਸੋ ਕਹੋ। ਤੇ ਮਹਾਰਾਜ ਮੈਂ ਕੀ ਸਿੱਖਿਆ ਕਹਾਂ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜਿਨ੍ਹਾਂ ਨੇ ਤੇਰੇ ਪਾਸੋਂ ਸਿੱਖਿਆ ਪ੍ਰਾਪਤ ਕਰ ਲਈ, ਮੈਂ ਤੇ ਉਹਨਾਂ ਨੂੰ ਵੀ ਸਿੱਖਿਆ ਨਹੀਂ ਦੇ ਸਕਦਾ। ਦੇਖਿਆ ਆਪ ਬੁਝਾਇਆ ਸਿਫਤੀ ਸੱਚ ਸਮੇਓ, ਤਿਨ ਕੋ ਕਿਆ ਉਪਦੇਸੀਆ ਜਿਨ ਗੁਰੂ ਨਾਨਕ ਦੇਓ। ਪਰ ਮਹਾਰਾਜ ਤੁਹਾਨੂੰ ਕੀ ਸਿੱਖਿਆ ਦੇ ਸਕਦਾ। ਮਮ ਸੁਤ ਕੀ ਅਬ ਪੂਜਾ ਗਹੀ ਜੈ। ਮਹਾਰਾਜ ਜੇ ਮੇਰੇ ਤੇ ਤਰੁੱਠੇ ਹੋ ਨਾ ਤਾਂ ਮੇਰੇ ਪੁੱਤਰੇ ਦੀ, ਕਈ ਥਾਵਾਂ ਤੇ ਪਰਪੋਤੜਾ ਲਿਖਿਆ ਹੋਇਆ ਹੈ, ਪਰਪੋਤੜੇ ਹੀ ਹੋਣਗੇ। ਸੋ ਕਿਹਾ ਇਹ ਮੇਰੇ ਪਰਪੋਤੜੇ ਹਨ, ਮੇਰਾ ਖਾਨਦਾਨ ਹੈ, ਇਹਨਾਂ ਦੀ ਆ ਬਾਹ ਫੜ ਕੇ ਰੱਖੋ ਆਪ। ਮਮ ਸਮਾਨ ਹੀ ਨਿਤ ਨਿਭਹੀ ਜੈ। ਔਰ ਜਿਵੇਂ ਆਪ ਜੀ ਨੇ ਮੇਰੇ ਨਾਲ ਨਿਭਾਈ ਹੈ ਮਹਾਰਾਜ,
ਕਿਰਪਾ ਕਰਿਓ ਇਹਨਾਂ ਦੀ ਵੀ ਆਪ ਜੀ ਦੇ ਨਾਲ ਤਿਵੇਂ ਨਿਭ ਜਾਵੇ। ਸ੍ਰੀ ਨਾਨਕ ਗੁਰ ਅੰਗਦ ਔਰ ਧੰਨ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਪੁਨ ਕੁਲ ਭੱਲਿਆਨ ਕੇ ਸਿਰ ਮੋਰ ਔਰ ਭੱਲੇ ਕੁਲ ਦੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਗੁਰ ਅਰਜਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਔਰ ਸ਼ਹੀदों के सरताज कलजों के जहाज गुरु गरीब निवाज महाराज गुरु अर्जन साहिब सच्चे पातशाह करी सो बहु सिखी जग सिरजन। और इस प्रकार आप जी ने जिवें कृपा की 5 जामियां तक साडी बाह फड़ के रखी है और इसे प्रकार बहुत वड्डा प्यार है साडे ताईं बख्शिया है। मेरी बात जथा निर्वाही जिवें सिੱਖੀ ਦੀ ਸਰਜਣਾ ਕੀਤੀ और मेरी आप जी दे नाल ओढ़क तक निभी है जिवें तिम मम सुत रह तुमरे पाही। महाराज वे कृपा करो मेरा परिवार खानदान जेड़ा है ना वो भी आप जी दे सन्मुख सिख हो के रहन। गुरसिख इहो ही मंगदा है कि महाराज कृपा करो मेरी भी आप जी दे नाल निभ जावे और सब परिवार चढ़ाया बेड़े। परिवार दे समेत मेरी सिੱਖੀ मोहे कलत्तर सहत सब गोला परिवार दे समेत असी तेरे गोले गुलाम बने रहिए। इम कह अपनो सुत बुलवायो इस तरह कह के उस वेले ब्रह्म ज्ञानी बाबा बुड्ढा जी साहब जी ने अपने पुत्र नूं बुलवाया। चरण पाए गुर निकट बिठायो और महाराज दे चरनी पाया महाराज दे कोल बिठाया है। भाना हाथ गयो निज हाथ जिन्हों दा नाम भाई भाना जी साहिब है। तिन को पुत्र नाम कह भाना जिन मानो सतगुर को भाना। ये बचन कवि संतोख सिंह साहब जी ने लिखे हैं जिन्हों ने गुरु दा भाना मंदिया है। गहवाई तब ही पिखनाथ उस वेले गरीब निवाज महाराज जी दे हत्थां विच बाबा भाना जी साहब जी दा हथ पकड़ाया है। श्री हर गोबिंद गह कर साथे उस वेले गुरु हरगोबिंद साहब सच्चे पातशाह महाराज जी ने भाई भाना जी साहब जी दा हथ पकड़िया। राखी बाहों ताहे निज माथे और उन्हां दी बाह नूं भी अपने मत्थे ते रखिया कि आप जी धन हो आप जी दा परिवार खानदान संतान भी धन है। कह बो बिद सो धीरज दीना। इस प्रकार बहुत सारे वचन विलास करके सतगुरु जी महाराज जी ने हौसला दिता। अपर करी चर्चा रस पीना और होर भी बड़ी भारी चर्चा जेड़ी है वो कीती है। 3 पहर जागत ही रहे। इस प्रकार 3 पैर 9 घंटे सतगुरु जी महाराज और बाबा बुड्ढा जी साहब जागते रहे हन। वृद्ध के बाक सुने और कहे और बाबा बुड्ढा जी साहब जी दे बचन विलास सुनते रहे अपना भी बचन कीता। आयस गुर की ले उठ खरे इस तरह सतगुरु जी महाराज की आज्ञा लेके बाबा बुड्ढा जी साहब खड़े हो गए। जल शीतल सो मज्जन करे और ठंडे जल दे नाल भाव सादे जल दे नाल इशनान कीता आप जी ने। पुन श्री हर गोबिंद टिगे आयो। इस तरह गुरु हरगोबिंद साहब जी महाराज जी दे पास आए हन। बैठियो सन्मुख और हर खायो। सामने बैठे ने बहुत प्रेम दे साथ प्रसन्न होए हन। एक चित होय कर जप जी सारा। और एक मन एक चित होके बाबा बुड्ढा जी साहब जी ने जप साहब दा पाठ कीता। सने सने संभार उचारा। और बहुत प्रेम दे सहित हौली हौली शुद्ध पाठ आप जी ने उचारिया संभार संभार के। पट कर गुर दिस बंदन की। और जपजी साहब जी का पाठ करके गुरु हरगोबिंद साहब जी महाराज वाल सिर झुकाया है। निज दासन को आयस दीन। और अपने दासां दे ताई सेवादारां दे ताई आज्ञा दिती है। पावन कुशा करो चित पावन। आज्ञा ये दिती कि हुण साडा जो आसन है वो विछा दिओ ये अखीरली आसन होवेगा। बैठ शब्द को की जय गावन। ते साडे पास बैठ के शुभ जेड़े शब्द हन उपदेश हन गुरु नानक देव जी महाराज दे वो शब्द कीर्तन सो गाओ असी सुनने हन। सब सुगंधता कर छिड़कावन। उस वेले बहुत सारी सुगंधता चंदन केसर कुंकम इत्यादि का छिड़काव किया बाबा जी दे सेवादारा ने। सत्य नाम सिमरो हर खावन। और क्या के सतनाम वाहिगुरु जी दा नाम जपना किसी ने रोना नहीं है साडे तो बाद। दीपक बृंद बार कर धरिय है। और बहुत सारे दीवे घ्यो आदिक दे जो हन बाल के रख दिओ। संगत सकल इकत्तर करिय। और समूह जिहड़ी संगत है महाराज दे चरना विच इकत्तर हो जावे हौसले नाल। सुन वृद्ध हुक्म
ਦਾਸ ਗਨ ਆਏ। ਸੁਣ ਕਰਕੇ ਬਾਬਾ ਬੁੱਢਾ ਜੀ ਸਾਹਿਬ ਜੀ ਦਾ ਹੁਕਮ, ਆਪ ਜੀ ਦੇ ਜਿਤਨੇ ਵੀ ਸੇਵਾਦਾਰ ਸੰਗਤ ਸੀ ਉਹ ਆ ਗਈ ਹੈ। ਕਹਿਓ ਜਥਾ ਸਭ ਕਾਜ ਬਣਾਏ। ਔਰ ਜਥਾ ਜੋਗ ਸਾਰੇ ਕਾਰਜ ਸਾਰੀ ਮਰਜ਼ਾਦਾ ਨਿਭਾਈ ਹੈ ਸੰਗਤ ਨੇ ਮਿਲ ਕੇ। ਸ੍ਰੀ ਹਰਿ ਗੋਬਿੰਦ ਕੇਰ ਅਗਾਰੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹਾਥ ਜੋਰ ਬਹੁ ਬਿਨੈ ਉਚਾਰੀ। ਹੱਥ ਜੋੜ ਕੇ ਨਿਮਰਤਾ ਦੇ ਸਹਿਤ ਬੇਨਤੀ ਕੀਤੀ ਹੈ। ਆਇ ਸਿਧੀਜੈ ਅਗਰ ਸਿਧਾਉ। ਔਰ ਕਿਹਾ ਕਿ ਆਗਿਆ ਦਿਓ ਮੇਰੇ ਤਾਈ, ਹੁਣ ਮੈਂ ਅੱਗੇ ਜਾਣਾ ਚਾਹੁੰਦਾ ਪਰਲੋਕ ਵਿੱਚ। ਪਦਵੀ ਪਰਮ ਆਪ ਕੀ ਪਾਉ। ਤੇ ਆਪ ਜੀ ਕਿਰਪਾ ਕਰੋ ਕਿ ਆਪ ਜੀ ਦੇ ਵਿੱਚ ਅਭੇਦ ਹੋਣ ਦੀ ਪਰਮ ਪਦਵੀ ਜਿਹੜੀ ਹੈ ਉਹ ਮੈਨੂੰ ਕੇਵਲ ਮੁਕਤੀ ਮਿਲ ਜਾਵੇ। ਸਤਿਗੁਰ ਕਹਿਓ ਬਿਰਾਜੋ ਪਿਆਰੇ। ਮਹਾਰਾਜ ਕਹਿਣ ਲੱਗੇ ਵੀ ਸਾਡੇ ਦਰਵਾਜ਼ੇ ਆਪ ਜੀ ਦੇ ਵਾਸਤੇ ਖੁੱਲੇ ਨੇ, ਆਪ ਜੀ ਆਣ ਕੇ ਸਾਡੇ ਸਰੂਪ ਵਿੱਚ ਬਿਰਾਜਮਾਨ ਹੋ ਜਾਓ। ਗਗਨ ਸਮਾਨ ਵਿਆਪੋ ਸਾਰੇ। ਜਿਵੇਂ ਆਕਾਸ਼ ਸਾਰੀਆਂ ਥਾਵਾਂ ਤੇ ਵਿਆਪਕ ਹੈ, ਗੁਰੂ ਪਰਮੇਸ਼ਰ ਵਿਆਪਕ ਹੈ, ਤਿਵੇਂ ਆਪ ਵਿਆਪਕ ਹੋ ਜਾਓ। ਸੁਨ ਪੌੜਿਓ ਕੁਸ ਆਸਨ ਉਪਰ। ਸੁਣ ਕਰਕੇ ਬਚਨ, ਚਿੱਟੀ ਚਾਦਰ ਜੋ ਥੱਲੇ ਵਿਛਾਈ ਹੋਈ ਸੀ ਉਹਦੇ ਉੱਪਰ ਬਿਰਾਜਮਾਨ ਹੋ ਗਏ ਬਾਬਾ ਜੀ। ਸੇਤ ਬਸਤਰ ਕੋ ਲੀਨ ਤਨੂ ਪਰ। ਔਰ ਚਿੱਟਾ ਚਾਦਰਾ ਜਿਹੜਾ ਆਪਣੇ ਉੱਪਰ ਓੜਿਆ ਤੇ ਚਿੱਟਾ ਚਾਦਰਾ ਥੱਲੇ ਵਿਛਾਇਆ। ਖੁੱਲੇ ਬਿਲੋਚਨ ਸਨਮੁਖ ਹੇਰਤ। ਔਰ ਨੇਤਰ ਖੁੱਲੇ ਤੇ ਕੀ ਦੇਖਦੇ ਹਨ ਸਾਹਮਣੇ। ਸਤਿਗੁਰ ਕਿਰਪਾ ਦ੍ਰਿਸ਼ਟ ਸੋ ਪ੍ਰੇਰਕ। ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਦ੍ਰਿਸ਼ਟੀ ਦੇ ਨਾਲ ਪ੍ਰੇਰ ਰਹੇ ਨੇ ਕਿ ਹਾਂ ਬਾਬਾ ਜੀ ਤਿਆਗ ਦਿਓ ਸਰੀਰ। ਤਨ ਕੋ ਤਿਆਗ ਪ੍ਰਾਨ ਜਬ ਗਇਓ। ਜਿਸ ਵੇਲੇ ਸਰੀਰ ਨੂੰ ਪ੍ਰਾਣ ਜਿਹੜੇ ਹਨ ਛੱਡ ਕੇ ਚਲੇ ਗਏ ਹਨ, ਗੁਰੂ ਬਿਖੈ ਲੈ ਹੋਵਤ ਪਇਓ। ਉਸ ਵੇਲੇ ਜੋਤੀ ਮੈਂ ਜੋਤ ਸਮਾਨਾਂ ਵਾਲੀ ਖੇਡ ਵਰਤੀ ਹੈ। ਆਪ ਜੀ ਦੀ ਜੋਤ ਪਰਮ ਜੋਤ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਦੀ ਜੋਤ ਵਿੱਚ ਸਮਾ ਗਈ ਹੈ। ਤਜੀ ਰਹੀ ਤਹਿ ਕਾਇਆ ਖਾਲੀ। ਤੇ ਸਰੀਰ ਉੱਥੇ ਜਿਹੜਾ ਖਾਲੀ ਹੀ ਛੱਡਿਆ ਰਹਿਆ। ਜਨ ਗਜ ਫੂਲ ਮਾਲ ਕੋ ਡਾਲੀ। ਕਵੀ ਜੀ ਕਹਿੰਦੇ ਜਿਵੇਂ ਹਾਥੀ ਦੇ ਗਲ ਵਿੱਚ ਕਿਸੇ ਨੇ ਫੁੱਲ ਮਾਲਾ ਪਾਈ ਹੋਈ ਹੋਵੇ ਤੇ ਆਪਣੀ ਸੁੰਡ ਦੇ ਨਾਲ ਹਾਥੀ ਬੜੇ ਆਰਾਮ ਦੇ ਨਾਲ ਮਾਲਾ ਉਤਾਰ ਦਿੰਦਾ, ਉਹਨੂੰ ਕੋਈ ਔਖ ਨਹੀਂ ਹੁੰਦੀ। ਉਹ ਤੇ ਵੱਡੇ ਵੱਡੇ ਰੁੱਖ ਉਖਾੜ ਦਿੰਦਾ, ਮਾਲਾ ਕੀ ਉਹਦੇ ਲਈ। ਇਸ ਪ੍ਰਕਾਰ ਬੜੀ ਆਸਾਨੀ ਨਾਲ ਫੁੱਲਾਂ ਦੀ ਮਾਲਾ ਦੀ ਤਰ੍ਹਾਂ ਆਪਣਾ ਸਰੀਰ ਤਿਆਗਿਆ ਬੜੀ ਆਸਾਨੀ ਨਾਲ। ਸੁਗਮ ਦੇਹ ਤੇ ਹੋਇਓ ਪਿੰਨ। ਔਰ ਸਰੀਰ ਨੂੰ ਤਿਆਗ ਕੇ ਬੜੇ ਸੌਖੇ ਸਰੀਰ ਤੋਂ ਵੱਖਰੇ ਹੋ ਗਏ ਹਨ। ਜੋ ਗੁਰ ਸੋ ਨਿਤ ਰਹਿਓ ਅਪਿੰਨ। ਜੋ ਸਦਾ ਹੀ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਦੇ ਨਾਲ ਇੱਕਮਿਕ ਹੋਏ ਰਹੇ। ਧੰਨ ਜਨਮ ਨਿਤ ਪਰਉਪਕਾਰੀ। ਉਸ ਵੇਲੇ ਧੰਨ ਹਨ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਬਾਬਾ ਬੁੱਢਾ ਜੀ ਸਾਹਿਬ ਜੋ ਨਿਤ ਹੀ ਪਰਉਪਕਾਰੀ ਹਨ। ਜਨ ਸਿੱਖੀ ਕੀ ਨੀਵ ਉਸਾਰੀ। ਮੰਨ ਜਿਨ੍ਹਾਂ ਨੇ ਸਿੱਖੀ ਦੀ ਹੀ ਨੀਂਹ ਉਸਾਰੀ ਹੋਈ ਹੋਵੇ, ਐਸੇ ਪਰਉਪਕਾਰੀ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਅੱਜ ਦੀ ਕਥਾ ਵਿੱਚ ਆਪਣਾ ਸਰੀਰ ਤਿਆਗਿਆ। ਮਹਾਰਾਜ ਇਹਨਾਂ ਨੂੰ ਮਿਲਣ ਵਾਸਤੇ ਸਾਧ ਸੰਗਤ ਜੀ ਸ੍ਰੀ ਹਰਗੋਬਿੰਦਪੁਰੇ ਤੋਂ ਕੱਲ ਦੀ ਕਥਾ ਵਿੱਚ ਆਪ ਜੀ ਨੇ ਸਨਮਾਨਯੋਗ ਗਿਆਨੀ ਜੀ ਨਾਲ ਦੀ ਪਿਆਰੀ ਰਸਨਾ ਤੋਂ ਸਰਵਣ ਕੀਤਾ। ਆਪ ਜੀ ਆਏ ਤੇ ਰਸਤੇ ਵਿੱਚ ਘੁਮਾਣ ਨਗਰ ਹੈ, ਦਾਸ ਬਹੁਤ ਵਾਰੀ ਉੱਥੇ ਗਿਆ ਹੈ। ਸੋ ਬੜਾ ਪ੍ਰਸਿੱਧ ਉਹ ਕਸਬਾ ਗੁਰਦਾਸਪੁਰ ਜ਼ਿਲ੍ਹੇ ਦਾ। ਜਿਹੜੇ ਭਗਤ ਨਾਮਦੇਵ ਜੀ ਸਾਹਿਬ ਹੋਏ ਨੇ, ਆਪ ਜੀ ਨੇ ਜੀਵਨ ਦੇ ਅਖੀਰਲੇ 20 ਸਾਲ ਘੁਮਾਣ ਨਗਰ ਵਿੱਚ ਬਤੀਤ ਕੀਤੇ ਹਨ। ਜਦੋਂ ਆਪ ਜੀ ਉੱਥੇ ਵਿਚਰੇ ਨੇ, ਯਾਦ ਰਹੇ ਭਗਤ ਨਾਮਦੇਵ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਬਹੁਤ ਅਰਸਾ ਪਹਿਲਾਂ ਹੋਏ ਨੇ। ਦੋ ਆਪ ਜੀ ਦੇ ਸੰਗੀ ਸਾਥੀ ਸਨ, ਸੋ ਭਾਈ ਜੱਲਾ ਜੀ ਤੇ ਇਹਨਾਂ ਨੇ ਵੀ ਆਪ ਜੀ ਦੀ ਸੰਗਤ ਕਰਕੇ ਬ੍ਰਹਮ ਗਿਆਨ ਮੋਕਸ਼ ਨੂੰ ਪ੍ਰਾਪਤ ਕੀਤਾ। ਆਪ ਜੀ ਦੇ ਉੱਥੇ ਤਪਿਆਣਾ ਸਥਾਨ ਬਣਿਆ ਹੋਇਆ, ਦੇਵਰਾ ਬਣਿਆ ਭਗਤ ਨਾਮਦੇਵ ਜੀ ਦਾ। ਉਹਦੇ ਤੋਂ ਬਿਨਾਂ ਗੁਰਦੁਆਰਾ ਖੁੰਡੀ ਸਾਹਿਬ ਤੇ ਖੂਹ ਵੀ ਸ਼ੁਭਾਇਮਾਨ ਹੈ। ਉਸ ਖੂਹ ਤੋਂ ਕੇਸੋਦਾਸ ਨਾਮ ਦਾ ਇੱਕ ਕੋੜੀ ਸੀ ਤੇ ਕੋੜ ਠੀਕ ਕੀਤਾ ਸੀ ਆਪ ਜੀ ਨੇ। ਖੁੰਡੀ ਦੇ ਨਾਲ ਵੀ ਬੜੇ ਲੋਕਾਂ ਦਾ ਉਧਾਰ ਕੀਤਾ। ਜਦੋਂ ਆਪ ਜੀ ਪੰਜਾਬ ਦੇ ਵਿੱਚ ਆਏ ਸਨ, ਮਰਾਠ ਵਿੱਚੋਂ ਮਹਾਰਾਸ਼ਟਰਾ ਵਿੱਚੋਂ ਲੋਕ ਮਜ਼ਾਕਾਂ ਕਰਦੇ ਸਨ। ਆਪ ਜੀ ਨੇ ਬੜੀ ਵੱਡੀ ਭਾਰੀ ਕਲਾ ਵੀ ਭਗਤ ਨਾਮਦੇਵ ਜੀ ਸਾਹਿਬ ਜੀ ਨੇ ਉੱਥੇ ਸਾਧ ਸੰਗਤ ਜੀ ਵਰਤਾਈ ਸੀ। ਔਰ ਸਭ ਤੋਂ ਪ੍ਰਮਾਣਿਤ ਗ੍ਰੰਥ ਸ੍ਰੀ ਗੁਰੂ ਪ੍ਰਤਾਪ ਸੂਰਯ ਗ੍ਰੰਥ ਵਿੱਚ ਜ਼ਿਕਰ ਆਉਂਦਾ ਕਿ ਆਪ ਜੀ ਦੇ ਦੇਹਰੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਏ ਨੇ। ਭਗਤ ਦੀ ਵਡਿਆਈ ਨੂੰ ਆਪ ਜੀ ਨੇ ਜ਼ਾਹਰ ਕੀਤਾ ਹੈ। ਤੋ ਹਜੂਰ ਸਾਹਿਬ ਤੋਂ ਜਦੋਂ ਭਗਤ ਨਾਮਦੇਵ ਜੀ ਸਾਹਿਬ ਜੀ ਦਾ ਦਿਹਾੜਾ ਹੁੰਦਾ ਨਾ, ਤੇ ਜਿਹੜੇ ਮਰਾਠੇ ਸਿੱਖ ਨੇ ਮਹਾਰਾਸ਼ਟਰਾ ਦੇ, ਉਹ ਵੱਡਾ ਭਾਰਾ ਜੱਥਾ ਲੈ ਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਪੰਜਾਬ ਦੀ ਧਰਤੀ ਉੱਪਰ ਆਉਂਦੇ ਨੇ। ਬਹੁਤ ਵੱਡਾ ਮੇਲਾ ਲੱਗਦਾ। ਇੱਕ ਭਜਨ ਕਹਿ ਕੇ ਫਤਿਹ ਗਜਾ ਦਿੱਤੀ। ਜਿਸ ਕਥਾ ਨੂੰ ਅਸੀਂ ਸਰਵਣ ਕਰਦੇ ਹਾਂ ਮਹਾਕਵੀ ਸੰਤੋਖ ਸਿੰਘ ਸਾਹਿਬ ਜੀ ਦੀ,
ਮਹਾਕਵੀ ਸੰਤੋਖ ਸਿੰਘ ਸਾਹਿਬ ਜੀ ਵੀ ਭਗਤ ਨਾਮਦੇਵ ਜੀ ਦੀ ਫੁਲਵਾੜੀ ਵਿੱਚੋਂ, ਭਾਵ ਸ਼ਿੰਬੇ ਘਰਾਣੇ ਦੇ ਨਾਲ ਆਪ ਜੀ ਦਾ ਸੰਬੰਧ ਸੀ। ਭਗਤ ਨਾਮਦੇਵ ਜੀ ਦੀ ਫੁਲਵਾੜੀ ਵਿੱਚੋਂ ਹੀ ਆਪ ਜੀ ਹੋਏ ਨੇ। ਐਸੇ ਪਰਉਪਕਾਰੀ ਭਗਤ ਨਾਮਦੇਵ ਜੀ ਸਾਹਿਬ, ਉਹਨਾਂ ਦੇ ਦੇਰੇ ਨੂੰ ਵੀ ਆਪ ਜੀ ਨੇ ਨਮਸਕਾਰਾਂ ਕੀਤੀਆਂ। ਉਹਨਾਂ ਦੀ ਬਾਣੀ ਨੂੰ ਤੇ ਅਸੀਂ ਨਮਸਕਾਰਾਂ ਕਰਦੇ ਹੀ ਹਾਂ ਭਾਈ। ਉਹਨਾਂ ਦੇ ਉੱਥੇ ਅਸਥਾਨ ਖੂਹ ਵੀ ਔਰ ਖੁੰਡੀ ਅਸਥਾਨ ਵੀ, ਤਪਿਆਣਾ ਵੀ, ਜਿੱਥੇ ਆਪ ਜੀ ਤਪਸਾ ਕਰਦੇ ਰਹੇ ਨੇ। ਡੇਰਾ ਵੀ ਆਪ ਜੀ ਦਾ ਉੱਥੇ ਸ਼ੋਭਾਇਮਾਨ ਹੈ। ਗੁਰੂ ਘਰ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪੂਰਨ ਪ੍ਰਕਾਸ਼ ਹੈ, ਪੂਰਨ ਰੂਪ ਦੇ ਵਿੱਚ, ਪੂਰਨ ਗੁਰਮਰਜ਼ਾਦਾ ਤਖਤਾਂ ਗੁਰਧਾਮਾਂ ਗੁਰਸਥਾਨਾਂ ਦੀ ਉੱਥੇ ਸ਼ੋਭਾਇਮਾਨ ਹੈ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ। ਸਮਾਂ ਪੂਰਾ ਹੋਇਆ। ਇਹ 53 ਨੰਬਰ ਅਧਿਆਇ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਪੂਰਾ ਹੋਇਆ। ਲੇਖਾ ਗਣਤ ਨਾ ਛੁਟੀ ਹੈ, ਕਾਚੀ ਪੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਸੁਗਮ ਦੇਹ ਤੇ ਹੋਇਓ ਪਿੰਨ, ਜੋ ਗੁਰ ਸੋ ਨਿਤ ਰਹਿਓ ਅਪਿੰਨ। ਧਨ ਜਨਮ ਨਿਤ ਪਰਉਪਕਾਰੀ, ਜਨ ਸਿੱਖੀ ਕੀ ਨੀਵ ਉਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।